हाँ जी दोस्तों, सत श्री अकाल जी। मैं रमनदीप सिंह एक बार फिर हाजिर हाँ तुहाडे अपने चैनल रमन इंस्टीट्यूट ते ਅਤੇ ਸਵਾਗਤ ਕਰਦੇ ਹਾਂ ਸਾਰਿਆਂ ਦਾ ਇੱਕ ਵਾਰ ਤੋਂ ਫਿਰ ਇਸ ਚੈਨਲ ਦੇ ਉੱਤੇ। ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਚੈਪਟਰ 3 ਹੈਗਾ ਜਿਹੜਾ ਮੋਸ਼ਨ ਆਫ ਦਾ ਅਰਥ ਯਾਨੀ ਕਿ ਧਰਤੀ ਦੀਆਂ ਜਿਹੜੀਆਂ ਗਤੀਆਂ ਨੇ ਉਸ ਬਾਰੇ ਡਿਸਕਸ ਕਰਾਂਗੇ। ਔਰ ਸੋਸ਼ਲ ਸਟੱਡੀ ਤੇ ਜਿਓਗ੍ਰਾਫੀ ਦਾ ਇਹ 3rd ਚੈਪਟਰ ਹੈਗਾ ਕਲਾਸ 6th ਪੰਜਾਬ ਬੋਰਡ ਦੀ। ਸੋ ਹਰ ਰੋਜ਼ ਦੀ ਤਰ੍ਹਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕੁਐਸਟ ਹੈ ਕਿ ਜਿਹੜੇ ਵਿਦਿਆਰਥੀ ਇਸ ਚੈਨਲ 'ਤੇ ਪਹਿਲੀ ਵਾਰ ਆਏ ਨੂੰ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਅਤੇ ਨਾਲ ਹੀ ਬੈਲ ਆਈਕਨ 'ਤੇ ਕਲਿੱਕ ਕਰ ਲੈਣ ਤਾਂ ਜੋ ਤੁਹਾਨੂੰ ਜਿਹੜੀ ਆਉਣ ਵਾਲੀ ਲੇਟੈਸਟ ਵੀਡੀਓ ਉਹ ਸਭ ਤੋਂ ਪਹਿਲਾਂ ਮਿਲਦੀ ਰਹੇ। ਸੋ ਅਸੀਂ ਇਸ ਚੈਨਲ ਦੇ ਉੱਤੇ ਇੱਕ ਸੀਰੀਜ਼ ਸ਼ੁਰੂ ਕੀਤੀ ਹੋਈ ਹੈ ਮਾਸਟਰ ਕੈਡਰ ਦੀ ਪ੍ਰੀਪਰੇਸ਼ਨ ਦੇ ਲਈ, PSTET ਦੇ ਲਈ, CTET ਦੇ ਲਈ, HTET ਅਤੇ ਹੋਰ ਜਿਹੜੇ ਕੰਪੀਟੀਸ਼ਨ ਐਗਜ਼ਾਮ ਦੇ ਉਹਨਾਂ ਦੇ ਲਈ। ਇਹਦੇ ਵਿੱਚ ਕੀ ਅਸੀਂ 6ਵੀਂ ਕਲਾਸ ਤੋਂ ਲੈ ਕੇ +2 ਤੱਕ ਦੇ ਪੰਜਾਬ ਬੋਰਡ ਅਤੇ CBSE ਦੇ ਜਿਹੜੇ ਚੈਪਟਰ ਨੇ ਉਹਨਾਂ ਨੂੰ ਡਿਸਕਸ ਕਰਾਂਗੇ ਤਾਂ ਜੋ ਤੁਸੀਂ ਜਿਹੜੀ ਬਿਹਤਰ ਤਰੀਕੇ ਨਾਲ ਜਿਹੜੀ ਪ੍ਰੀਪਰੇਸ਼ਨ ਆ ਉਹ ਕਰ ਸਕੋ। ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਧਰਤੀ ਦੀਆਂ ਜਿਹੜੀਆਂ ਗਤੀਆਂ ਨੇ ਉਸ ਬਾਰੇ ਸਟੱਡੀ ਕਰਾਂਗੇ। ਸਟਾਰਟਿੰਗ ਤੋਂ ਸ਼ੁਰੂ ਕਰਦੇ ਹੈਗੇ ਹਾਂ ਅਸੀਂ, ਇਸ ਲਈ 6ਵੀਂ ਕਲਾਸ ਤੋਂ ਸ਼ੁਰੂ ਕੀਤਾ ਤਾਂ ਜੋ ਤੁਸੀਂ ਬੇਸ ਤੋਂ ਤਿਆਰ ਹੋ ਕੇ ਐਂਡ ਤੱਕ +2 ਤੱਕ BA ਲੈਵਲ ਤੱਕ ਜਿਹੜੇ ਚੰਗੇ ਤਰੀਕੇ ਨਾਲ ਪ੍ਰੀਪਰੇਸ਼ਨ ਕਰ ਸਕੋ ਆਪਣੀ ਔਰ ਹਰ ਇੱਕ ਪੁਆਇੰਟ ਨੂੰ ਬਰੀਕੀ ਦੇ ਨਾਲ ਸਮਝ ਸਕੋ। ਸੋ ਸ਼ੁਰੂ ਕਰਦੇ ਹਾਂ ਅੱਜ ਦਾ ਸੈਸ਼ਨ। ਔਰ ਸ਼ੁਰੂ ਕਰਨ ਤੋਂ ਪਹਿਲੇ ਇੱਕ ਵਾਰੀ ਫਿਰ ਸੁਜੈਸ਼ਨ ਹੈ ਕਿ ਪਲੀਜ਼ ਆਪਣੇ ਜਿਹੜੇ ਸੁਝਾਅ ਉਹ ਦੇਣੇ ਨਾ ਭੁੱਲਿਆ ਕਰੋ ਕਿ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਹੈਗੀ ਹੈ। ਔਰ ਵੀਡੀਓ ਨੂੰ ਵੱਧ ਤੋਂ ਵੱਧ ਜਿਹੜੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਸਾਨੂੰ ਵੱਧ ਤੋਂ ਵੱਧ ਜਿਹੜੀ ਸਪੋਰਟ ਮਿਲ ਸਕੇ ਅਤੇ ਹੋਰ ਵਧੀਆ ਤਰੀਕੇ ਨਾਲ ਜਿਹੜੀ ਅਸੀਂ ਵੀਡੀਓਜ਼ ਅਪਲੋਡ ਕਰ ਸਕੀਏ। ਸੋ ਇੰਟਰੋਡਕਸ਼ਨ। ਧਰਤੀ ਦੀਆਂ ਗਤੀਆਂ ਬਾਰੇ। ਦ ਸਨ ਰਾਈਜ਼ ਇਨ ਦ ਈਸਟ ਇਨ ਦ ਮੋਰਨਿੰਗ ਐਂਡ ਸੈਟਸ ਇਨ ਦ ਵੈਸਟ ਇਨ ਦ ਈਵਨਿੰਗ। ਸੋ ਸਵੇਰੇ ਜਿਹੜਾ ਸੂਰਜ ਉਹ ਪੂਰਬ ਦਿਸ਼ਾ ਦੇ ਵਿੱਚੋਂ ਨਿਕਲਦਾ ਹੈ ਅਤੇ ਸ਼ਾਮ ਨੂੰ ਕੀ ਹੈਗਾ ਪੱਛਮ ਦਿਸ਼ਾ ਦੇ ਵਿੱਚ ਉਹ ਡੁੱਬਦਾ ਸਾਨੂੰ ਦਿਖਾਈ ਦਿੰਦਾ ਹੈਗਾ। ਇਟ ਸੀਮਸ ਐਜ਼ if sun travel around the earth, but the fact is otherwise. It is the earth rotate it is axis and that revolve around the sun as well as. You must have got this experience while traveling in train or bus. Actually the train moves on and all the things around like poles, trees, house, etc. which are stationary look as if are moving. This very method puzzled an astronomer for a very long time. Ultimately it was discovered by scientists like Galileo Copernicus that the sun is stationary and the earth is moving. What is a great discovery. So ਧਰਤੀ ਦੀ ਗਤੀ ਦੀ ਗੱਲ ਹੋ ਰਹੀ ਹੈ। ਅਸੀਂ ਸਵੇਰੇ ਦੇਖਦੇ ਹਾਂ ਕਿ ਸੂਰਜ ਹੈ ਜਿਹੜਾ ਉਹ ਪੂਰਬ ਦਿਸ਼ਾ ਦੇ ਵਿੱਚੋਂ ਨਿਕਲਦਾ ਹੈ ਅਤੇ ਪੱਛਮ ਦਿਸ਼ਾ ਦੇ ਵਿੱਚ ਕੀ ਉਹ ਛਿਪ ਜਾਂਦਾ ਹੈ, ਡੁੱਬ ਜਾਂਦਾ ਹੈ। ਔਰ ਸਾਨੂੰ ਜਦੋਂ ਅਸੀਂ ਇਸ ਤਰ੍ਹਾਂ ਦੀ ਜਿਹੜੀ ਪ੍ਰਕਿਰਿਆ ਦੇਖਦੇ ਹਾਂ ਤਾਂ ਅਰਥ ਦੇ ਉੱਪਰ ਖੜ੍ਹ ਕੇ ਸਾਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਇਹ ਜਿਹੜੀ ਸਾਰੀ ਦੀ ਸਾਰੀ ਪ੍ਰਕਿਰਿਆ ਹੋ ਰਹੀ ਹੈ ਇਸ ਦੇ ਵਿੱਚ ਇਹ ਹੈ ਕਿ ਸੂਰਜ ਜਿਹੜਾ ਉਹ ਸਥਿਰ ਹੈ ਬਟ ਧਰਤੀ ਕੀ ਹੈਗੀ ਜਿਹੜੀ ਸੂਰਜ ਦੇ ਦੁਆਲੇ ਚੱਕਰ ਕੱਟ ਰਹੀ ਹੈਗੀ ਆ। ਬਟ ਅਸਲ ਦੇ ਵਿੱਚ ਰਿਐਲਿਟੀ ਇਹ ਨਹੀਂ ਹੈਗੀ ਕਿ ਸੂਰਜ ਖੜ੍ਹਾ ਹੈ ਔਰ ਸੂਰਜ ਘੁੰਮ ਰਿਹਾ ਹੈ ਔਰ ਧਰਤੀ ਖੜੀ ਹੈ। ਇਸ ਤਰ੍ਹਾਂ ਦੀ ਜਿਹੜੀ ਅਸਲੀਅਤ ਨਹੀਂ ਹੈਗੀ। ਅਸਲੀਅਤ ਇਹ ਹੈ ਕਿ ਸੂਰਜ ਜਿਹੜਾ ਇੱਕ ਥਾਂ ਦੇ ਉੱਪਰ ਸਥਿਰ ਹੈਗਾ ਗਾ ਔਰ ਧਰਤੀ ਹੈ ਜਿਹੜੀ ਉਸ ਦੇ ਦੁਆਲੇ ਚੱਕਰ ਕੱਟਦੀ ਹੈਗੀ ਇਹ ਅਸਲੀਅਤ ਹੈਗੀ। ਇਸੇ ਤਰ੍ਹਾਂ ਹੀ ਜਿਵੇਂ ਅਸੀਂ ਇੱਕ ਐਗਜ਼ਾਮਪਲ ਦੇ ਨਾਲ ਇਸ ਨੂੰ ਸਮਝੀਏ ਤਾਂ ਜਦੋਂ ਤੁਸੀਂ ਕਿਤੇ ਬੱਸ ਜਾਂ ਗੱਡੀ ਦੇ ਵਿੱਚ ਸਫ਼ਰ ਕਰਦੇ ਹੋ ਤਾਂ ਤੁਸੀਂ ਮਹਿਸੂਸ ਕਰਦੇ ਹੋ ਕਿ ਬਾਹਰਲੇ ਜਿਹੜੇ ਦਰਖਤ ਹੋ ਜਾਂਦੇ ਆ, ਇਮਾਰਤਾਂ ਹੋ ਜਾਂਦੀਆਂ ਉਹ ਤੁਹਾਨੂੰ ਭੱਜਦੀਆਂ ਨਜ਼ਰ ਆਉਂਦੀਆਂ ਨੇ, ਯਾਨੀ ਕਿ ਉਹ ਚੀਜ਼ਾਂ ਭੱਜ ਰਹੀਆਂ ਨੇ, ਤੁਸੀਂ ਕੀ ਖੜ੍ਹੇ ਹੋ, ਠੀਕ ਹੈ। ਬਟ ਅਸਲ ਦੇ ਵਿੱਚ ਕੀ ਲੱਗਦਾ ਤੁਹਾਨੂੰ ਕਿ ਜਿਹੜੀ ਬੱਸ ਦਾ ਕੀ ਉਹ ਸਥਿਰ ਹੈਗੀ ਆ, ਬਾਕੀ ਜਿਹੜੀਆਂ ਦਰਖਤ ਹੋ ਗਏ, ਇਮਾਰਤਾਂ ਹੋ ਗਈਆਂ ਉਹ ਭੱਜ ਰਹੀਆਂ ਨੇ। ਪਰ ਅਸਲ ਦੇ ਵਿੱਚ ਰਿਐਲਿਟੀ ਦੇ ਵਿੱਚ ਇਹ ਨਹੀਂ ਹੁੰਦਾ ਹੈਗਾ। ਦਰਖਤ ਆਪਣੀ ਜਗ੍ਹਾ ਦੇ ਉੱਪਰ ਖੜ੍ਹੇ ਹੁੰਦੇ ਨੇ, ਖੰਭੇ ਆਪਣੀ ਜਗ੍ਹਾ ਦੇ ਉੱਪਰ ਖੜ੍ਹੇ ਹੁੰਦੇ ਨੇ, ਬਟ ਬੱਸ ਕੀ ਹੈਗੀ ਉਹ ਦੌੜ ਰਹੀ ਹੁੰਦੀ ਹੈਗੀ। ਇਸੇ ਤਰੀਕੇ ਦੇ ਨਾਲ ਸਾਡੀ ਅਰਥ ਹੈਗੀ ਹੈ ਕਿ ਸੂਰਜ ਜਿਹੜਾ ਉਹ ਸਥਿਰ ਹੈਗਾ ਬਟ ਜੋ ਅਰਥ ਉਸ ਦਾ ਚੱਕਰ ਕੱਢਦੀ ਹੈਗੀ ਹੈ ਤਾਂ ਇਸ ਤਰੀਕੇ ਨਾਲ ਲੱਗਦਾ ਹੈ ਕਿ ਸੂਰਜ ਜਿਹੜਾ ਉਹ ਘੁੰਮ ਰਿਹਾ ਹੈ ਔਰ ਪੂਰਬ ਦੇ ਵਿੱਚੋਂ ਨਿਕਲਦਾ ਹੈ ਅਤੇ ਪੱਛਮ ਦੇ ਵਿੱਚ ਉਹ ਡੁੱਬ ਜਾਂਦਾ ਹੈਗਾ। ਇਸ ਤਰ੍ਹਾਂ ਸਾਨੂੰ ਮਹਿਸੂਸ ਹੁੰਦਾ ਹੈਗਾ। ਪੁਰਾਤਨ ਸਮੇਂ ਦੇ ਵਿੱਚ ਸਾਇੰਟਿਸਟਾਂ ਨੂੰ ਜਿਹੜਾ ਇਸ ਗਤੀ ਬਾਰੇ, ਸੂਰਜ ਦੇ ਸਥਿਰ ਹੋਣ ਬਾਰੇ ਜਾਂ ਅਰਥ ਦੇ ਸਥਿਰ ਹੋਣ ਬਾਰੇ ਬਹੁਤ ਵੱਡੀ ਜਿਹੜੀ ਕਨਫਿਊਜ਼ਨ ਸੀ। ਬਟ ਹੌਲੀ ਹੌਲੀ ਕੀ ਇਸ ਦੀ ਜਿਹੜੀ ਖੋਜ ਹੋਈ, ਵੱਡਾ ਯੋਗਦਾਨ ਜਿਹੜਾ ਉਹ ਗੈਲੀਲੀਓ ਨੇ ਪਾਇਆ ਔਰ ਕੋਪਰਨਿਕਸ ਨੇ ਪਾਇਆ, ਜਿਨ੍ਹਾਂ ਨੇ ਕਿ ਇਸ ਖੋਜ ਨੂੰ ਸਕਸੈਸਫੁਲ ਕੀਤਾ ਅਤੇ ਇਹ ਸਾਬਤ ਕੀਤਾ ਕਿ ਸੂਰਜ ਜਿਹੜਾ ਉਹ ਖੜ੍ਹਾ ਹੈਗਾ ਔਰ ਧਰਤੀ ਜਿਹੜੀ ਉਸ ਦੇ ਦੁਆਲੇ ਚੱਕਰ ਕੱਟਦੀ ਹੈਗੀ ਔਰ ਅੱਜ ਇਸ ਨੂੰ ਅਸੀਂ ਪੂਰੇ ਵਿਸ਼ਵ ਦੇ ਵਿੱਚ ਮੰਨਦੇ ਹੈਗੇ ਹਾਂ। Beside moving around the sun, our earth also moves
move on its own axis, we call it a rotation of the earth. Moving around the sun is called the revolution of the earth. ਸੋ ਸਾਡੀ ਧਰਤੀ ਜਿਹੜੀ ਹੈਗੀ ਉਹ ਆਪਣੇ ਸੂਰਜ ਦੇ ਦੁਆਲੇ ਕੀ ਹੈਗਾ ਘੁੰਮਦੀ ਹੈਗੀ ਹੈ, ਅਤੇ ਆਪਣੀ ਧੁਰੇ ਦੁਆਲੇ ਵੀ ਘੁੰਮਦੀ ਹੈ, ਦੋਨੋਂ ਤਰੀਕੇ ਨਾਲ ਘੁੰਮਦੀ ਹੈਗੀ ਹੈ। ਜਦੋਂ ਜਿਹੜੀ ਧਰਤੀ ਆਪਣੇ ਦੁਆਲੇ ਚੱਕਰ ਕੱਢਦੀ ਹੈਗੀ ਠੀਕ ਹੈ, ਆਪਣੇ ਐਕਸਸ ਦੇ ਦੁਆਲੇ, ਤਾਂ ਉਸ ਨੂੰ ਰੋਟੇਸ਼ਨ ਕਿਹਾ ਜਾਂਦਾ ਹੈਗਾ। ਔਰ ਜਦੋਂ ਇਹ ਸਨ ਦੇ ਦੁਆਲੇ ਚੱਕਰ ਕੱਢਦੀ ਹੈਗੀ ਆ, ਉਦੋਂ ਉਸ ਸਮੇਂ ਇਸਨੂੰ ਦ ਰੈਵੋਲੂਸ਼ਨ ਆਫ ਦਾ ਅਰਥ ਕਿਹਾ ਜਾਂਦਾ ਹੈ, ਜਿਹੜੀ ਕਿ ਅਲੱਗ-ਅਲੱਗ ਸਮੇਂ ਦੇ ਵਿੱਚ ਇਹ ਗੁਜ਼ਰਦੀ ਹੈ। ਸੋ ਫਸਟ ਐਂਡ ਦਾ ਰੋਟੇਸ਼ਨ। ਰੋਟੇਸ਼ਨ ਕੀ ਹੁੰਦੀ ਹੈ? ਜਿਹੜੀ ਕਿ ਉਹ ਆਪਣੇ ਆਪ ਆਪਣੇ ਦੁਆਲੇ ਗਤੀ ਕਰਦੀ ਹੈਗੀ, ਘੁੰਮਦੀ ਹੈਗੀ ਹੈ। just rotate the globe, it will be rotate around its axis। ਸੋ ਜੇ ਤੁਸੀਂ ਗਲੋਬ ਸਭ ਨੇ ਹੀ ਦੇਖਿਆ ਹੋਣਾ ਹੈ, ਹਰ ਇੱਕ ਸਕੂਲ ਦੇ ਵਿੱਚ ਅਵੇਲੇਬਲ ਹੈ। ਜਦੋਂ ਤੁਸੀਂ ਗਲੋਬ ਨੂੰ ਘੁਮਾਉਂਦੇ ਹਾਂ ਤਾਂ ਗਲੋਬ ਜਿਹੜਾ ਆਪਣੀ ਧੁਰੇ ਦੇ ਦੁਆਲੇ ਘੁੰਮਦਾ ਹੈ, ਉਸ ਚੀਜ਼ ਨੂੰ ਅਸੀਂ ਕੀ ਹੈ ਰੋਟੇਸ਼ਨ ਕਹਿੰਦੇ ਹੈਗੇ ਹਾਂ, ਯਾਨੀ ਕਿ ਧਰਤੀ ਉਸੇ ਤਰੀਕੇ ਦੇ ਨਾਲ ਆਪਣੇ ਐਕਸਿਸ ਦੇ ਦੁਆਲੇ ਵੀ ਘੁੰਮਦੀ ਹੈਗੀ ਹੈ। Similarly, Earth rotate on its axis. It complete it is around along its axis in 24 hours in the direction west to east. This is called rotation of the Earth. ਸੋ ਇਸੇ ਤਰੀਕੇ ਦੇ ਨਾਲ ਜਿਹੜੀ ਅਰਥ ਆ ਉਹ ਆਪਣੇ ਐਕਸਿਸ ਦੇ ਦੁਆਲੇ ਆਪਣੇ ਧੁਰੇ ਦੇ ਦੁਆਲੇ ਘੁੰਮਦੀ ਹੈਗੀ ਹੈ, ਅਤੇ ਉਹ ਜਿਹੜਾ ਆਪਣਾ ਪੂਰਾ ਸਰਕਲ ਹੈ ਉਸ ਨੂੰ ਉਹ 24 ਘੰਟਿਆਂ ਦੇ ਵਿੱਚ ਕੀ ਆ ਪੂਰਾ ਕਰਦੀ ਹੈਗੀ ਇੱਕ ਦਿਨ ਦੇ ਵਿੱਚ ਜਿਹੜਾ ਪੂਰਾ ਕਰਦੀ ਹੈਗੀ ਹੈ। ਔਰ ਇਹ ਡਾਇਰੈਕਸ਼ਨ ਜਿਹੜੀ ਹੈਗੀ ਆ ਵੈਸਟ ਤੋਂ ਈਸਟ ਦੇ ਵਿੱਚ ਹੁੰਦੀ ਹੈਗੀ ਵੈਸਟ ਤੋਂ ਪੱਛਮ ਤੋਂ ਪੂਰਬ ਦੇ ਵੱਲ ਜਿਹੜੀ ਇਹ ਘੁੰਮਦੀ ਹੈਗੀ ਹੈ। ਦਿਸ ਕਾਲਡ ਰੋਟੇਸ਼ਨਸ। ਇਸੇ ਤਰੀਕੇ ਨੂੰ ਅਸੀਂ ਦੈਨਿਕ ਗਤੀ ਜਾਂ ਰੋਟੇਸ਼ਨ ਕਹਿੰਦੇ ਹੈਗੇ ਹਾਂ। ਦ ਐਕਸਿਸ ਆਫ ਇਸ ਇਮੇਜਨਰੀ ਲਾਈਨ ਦੈਟ ਪਾਸਿਸ ਥਰੂ ਇਟ ਸੈਂਟਰ। ਸੋ ਐਕਸਿਸ ਜਿਹੜਾ ਹੈਗਾ ਉਹ ਧਰਤੀ ਦੇ ਸੈਂਟਰ ਦੇ ਵਿੱਚੋਂ ਦੀ ਗੁਜ਼ਰਦਾ ਹੈ, ਅਤੇ ਇਮੇਜਨਰੀ ਲਾਈਨ ਹੈ ਤੁਸੀਂ ਆਹ ਦੇਖ ਸਕਦੇ ਹੋ ਪੋਲ ਸਟਾਰ ਐਂਡ ਇਹ ਨਾਰਥ ਪੋਲ ਆ ਜਾਂਦਾ ਹੈ ਔਰ ਇਹ ਸਾਊਥ ਪੋਲ ਆ ਜਾਂਦਾ ਹੈ। ਸੈਂਟਰ ਦੇ ਵਿੱਚ ਜਿਹੜੀ ਲਾਈਨ ਗੁਜ਼ਰ ਰਹੀ ਹੈਗੀ ਹੈ ਇਸ ਨੂੰ ਐਕਸਿਸ ਕਿਹਾ ਜਾਂਦਾ ਹੈ, ਅਤੇ ਇਹ 66 ਡਿਗਰੀ ਦੇ ਉੱਪਰ ਝੁਕੀ ਹੋਈ ਹੈਗੀ ਹੈ। ਸੈਂਟਰ ਦੇ ਵਿੱਚ ਨਹੀਂ ਨਾ ਹੈਗੀ, ਅਸੀਂ ਇਸ ਤਰੀਕੇ ਨਾਲ ਇਹ ਇਸ ਤਰੀਕੇ ਦੇ ਨਾਲ ਹੈਗੀ ਐਕਸਿਸ ਨੂੰ। ਇਟ ਇਜ਼ ਟੂ ਐਂਡਸ ਆਰ ਦਾ ਨਾਰਥ ਪੋਲ ਐਂਡ ਸਾਊਥ ਪੋਲ। ਸੋ ਉੱਪਰਲਾ ਜਿਹੜਾ ਪੋਲ ਹੈ ਜਿੱਥੇ ਪੋਲ ਸਟਾਰ ਲਿਖਿਆ ਉਸ ਨੂੰ ਨਾਰਥ ਪੋਲ ਕਿਹਾ ਜਾਂਦਾ ਹੈ, ਨੀਚੇ ਵਾਲਾ ਜਿੱਥੇ ਐਕਸਿਸ ਲਿਖਿਆ ਉੱਥੇ ਸਾਊਥ ਪੋਲ ਹੈਗਾ। ਦਿਸ ਐਕਸਿਸ ਇਜ਼ ਇਨਕਲਾਈਨਡ ਟੂ ਦਾ ਪਲੇਨ ਆਫ ਦਾ ਅਰਥ ਇਸ ਔਰਬਿਟ। ਇਟ ਇਜ਼ angle of 66.5 degree. This is similar to what is in case of the globe। ਸੋ ਇਸੇ ਤਰੀਕੇ ਦੇ ਨਾਲ ਸਾਡਾ ਜਿਹੜਾ ਗਲੋਬ ਹੈਗਾ ਉਹ ਕੰਮ ਕਰਦਾ ਹੈਗਾ, ਅਤੇ ਜਿਹੜੀ ਐਕਸਿਸ ਹੈਗੀ ਉਹ 66 ਡਿਗਰੀ ਦੇ ਉੱਪਰ ਘੁੰਮੀ ਹੈ। ਉੱਪਰਲੇ ਪੁਆਇੰਟ ਨੂੰ ਨਾਰਥ ਪੋਲ ਅਤੇ ਥੱਲੇ ਨੂੰ ਸਾਊਥ ਪੋਲ ਕਿਹਾ ਜਾਂਦਾ ਹੈ। ਜਿਹੜੀ ਧਰਤੀ ਹੈ ਸਾਡੀ ਉਹ ਵੈਸਟ ਤੋਂ ਈਸਟ ਵੱਲ ਘੁੰਮਦੀ ਹੈਗੀ ਹੈ, ਯਾਨੀ ਕਿ ਇਸ ਸਾਈਡ ਵੈਸਟ ਆ ਜਾਂਦੀ ਹੈ ਔਰ ਇਸ ਸਾਈਡ ਈਸਟ ਆ ਜਾਂਦੀ ਹੈ। ਸੋ ਇਸੇ ਕਰਕੇ ਹੀ ਸਾਡੀ ਜਿਹੜੀ ਸੂਰਜ ਹੈ ਉਹ ਈਸਟ ਦੇ ਵਿੱਚੋਂ ਚੜ੍ਹਦਾ ਨਜ਼ਰ ਆਉਂਦਾ ਸਾਨੂੰ। It is because of the earth rotation that the sun seems to be rising and setting. When the earth moves on its axis, half of its surface face the sun at time while the other half remain away from the sunlight। ਸੋ ਇਸੇ ਤਰੀਕੇ ਦੇ ਨਾਲ ਜਿਹੜੀ ਧਰਤੀ ਆ ਉਹ ਆਪਣੀ ਧੁਰੀ ਦੇ ਦੁਆਲੇ ਕੀ ਹੈਗਾ ਇੱਕ ਚੱਕਰ ਕੱਢਦੀ ਹੈਗੀ ਹੈ, ਠੀਕ ਹੈ। ਔਰ ਸੂਰਜ ਜਿਹੜਾ ਉਹ ਇੱਕ ਤਰੀਕੇ ਨਾਲ ਚੜ੍ਹਦਾ ਹੈ ਅਤੇ ਜਿਹੜਾ ਛਿਪ ਜਾਂਦਾ ਹੈਗਾ। ਇਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਹੁੰਦੀਆਂ ਹੈਗੀਆਂ ਨੇਗੀਆਂ ਉਹ ਸਾਰੀਆਂ ਅਰਥ ਦੀ ਰੋਟੇਸ਼ਨ ਦੇ ਕਾਰਨ ਹੀ ਹੁੰਦੀ ਹੈਗੀ। ਔਰ ਅਰਥ ਦੀ ਜਿਹੜੀ ਮੂਵਮੈਂਟ ਹੈਗੀ ਉਹ ਐਕਸਿਸ ਦੇ ਦੁਆਲੇ ਹੈਗੀ। ਔਰ ਇੱਕ ਸਰਫੇਸ ਦੇ ਉੱਪਰ ਸਾਨੂੰ ਕੀ ਹੈਗਾ ਦਿਨ ਦਿਖਾਈ ਦਿੰਦਾ ਹੈ, ਔਰ ਇੱਕ ਸਰਫੇਸ ਦੇ ਉੱਪਰ ਸਾਨੂੰ ਰਾਤ ਜਿਹੜੀ ਦਿਖਾਈ ਦਿੰਦੀ ਹੈ। ਜਿਸ ਸਾਈਡ ਦੇ ਉੱਪਰ ਧਰਤੀ ਦੇ ਉੱਪਰ ਸੂਰਜ ਦਾ ਪ੍ਰਕਾਸ਼ ਸਿੱਧਾ ਪੈਂਦਾ ਉੱਥੇ ਦਿਨ ਹੈ, ਜਿਸ ਸਥਾਨ ਦੇ ਉੱਪਰ ਸੂਰਜ ਦਾ ਪ੍ਰਕਾਸ਼ ਨਹੀਂ ਪੈਂਦਾ ਉੱਥੇ ਰਾਤ ਹੋ ਜਾਂਦੀ ਹੈ। ਸੋ ਇਹ ਤੁਸੀਂ ਇੱਕ ਡਾਇਗਰਾਮ ਦੇ ਥਰੂ ਸਮਝ ਸਕਦੇ ਹੋ ਕਿ ਇੱਕ ਲਾਈਟ ਜਿਹੜੀ ਆ ਰਹੀ ਹੈਗੀ ਹੈ ਇਸ ਸਾਈਡ ਤੋਂ, ਔਰ ਇਸ ਪਾਰਟ ਦੇ ਵਿੱਚ ਕੀ ਹੈਗਾ ਰੋਸ਼ਨੀ ਹੈ ਜਾਨੀ ਦਿਨ ਹੈ, ਔਰ ਇਸ ਪਾਰਟ ਦੇ ਵਿੱਚ ਰਾਤ ਹੈਗੀ ਰੋਟੇਟਿੰਗ ਟੋਪ। ਸੋ ਇਸੇ ਤਰੀਕੇ ਦੇ ਨਾਲ ਸਾਡੀ ਅਰਥ ਵੀ ਆਪਣੀ ਰੋਟੇਸ਼ਨ ਦੇ ਦੁਆਲੇ ਜਿਹੜਾ ਘੁੰਮਦੀ ਹੈਗੀ। ਐਜ਼ ਅ ਰਿਜ਼ਲਟ ਇਨ ਦਾ ਪਾਰਟ ਆਫ ਦਾ ਅਰਥ ਦੈਟ ਰਿਸੀਵ ਸਨਲਾਈਟ ਇਟ ਇਜ਼ ਡੇ while in the other part it is night. This phenomenon alternating day and night is the result of the earth's movement on its axis।
ਸੋ ਇਸ ਤਰੀਕੇ ਨਾਲ ਅਸੀਂ ਦੇਖਦੇ ਹਾਂ ਕਿ ਸਾਡੀ ਧਰਤੀ ਦੇ ਜਿਹੜੀ ਰੋਟੇਸ਼ਨ ਦੇ ਨਾਲ ਕੀ ਹੈਗਾ ਗਾ, ਧਰਤੀ ਦੇ ਉੱਪਰ ਇੱਕ ਸਾਈਡ ਦੇ ਉੱਪਰ ਦਿਨ ਚੜ੍ਹ ਜਾਂਦਾ, ਇੱਕ ਸਾਈਡ ਦੇ ਉੱਪਰ ਕੀ ਹੈਗਾ ਗਾ, ਰਾਤ ਹੋ ਜਾਂਦੀ ਹੈ। ਜਿਸ ਸਾਈਡ ਦੇ ਵਿੱਚ ਸੂਰਜ ਦਾ ਪ੍ਰਕਾਸ਼ ਧਰਤੀ ਦੇ ਉੱਪਰ ਪੈਂਦਾ ਉਸ ਨੂੰ ਦਿਨ ਕਿਹਾ ਜਾਂਦਾ, ਔਰ ਜਿਸ ਸਾਈਡ ਦੇ ਵਿੱਚ ਹਨੇਰਾ ਹੋ ਜਾਂਦਾ ਹੈ, ਸੂਰਜ ਚਲਾ ਜਾਂਦਾ ਹੈ, ਉਸ ਨੂੰ ਅਸੀਂ ਰਾਤ ਦੇ ਨਾਮ ਨਾਲ ਪੁਕਾਰਦੇ ਹਾਂ। ਸੋ ਨੈਕਸਟ ਆਉਂਦਾ ਹੈ ਇਫੈਕਟ ਆਫ ਰੋਟੇਸ਼ਨਸ। ਧਰਤੀ ਦੀ ਜਿਹੜੀ ਦੈਨਿਕ ਗਤੀ ਹੈਗੀ ਆ ਉਸਦੇ ਕੀ ਪ੍ਰਭਾਵ ਪੈਂਦੇ ਹੈਗੇ ਨੇ। ਧਰਤੀ ਦੀ ਦੈਨਿਕ ਗਤੀ ਦੇ ਪ੍ਰਭਾਵ। ਸਪੋਜ਼ ਇਫ ਦ ਅਰਥ ਸਟਾਪ ਰੋਟੇਟਿੰਗ then one half of its part would be permanently in daylight while the other half would be perpetual nights. Thus it is because of the rotation of the earth that days and nights are caused and they followed each other in all of the parts. ਸੀ ਮੰਨ ਲੱਗੇ ਸੀ ਕਿ ਜੇ ਧਰਤੀ ਜਿਹੜੀ ਰੋਟੇਟ ਕਰਦੀ ਹੈ, ਜਿਹੜੀ ਘੁੰਮਦੀ ਹੈ, ਉਹ ਰੁਕ ਜਾਵੇ ਤਾਂ ਇਸ ਨਾਲ ਕੀ ਹੋਵੇਗਾ ਕਿ ਦਿਨ ਅਤੇ ਰਾਤ ਜਿਹੜੀ ਉਹ ਫਿਕਸ ਹੋ ਜਾਵੇਗੀ, ਯਾਨੀ ਕਿ ਇੱਕ ਸਾਈਡ ਦੇ ਵਿੱਚ ਦਿਨ ਰਹੇਗਾ ਔਰ ਇੱਕ ਸਾਈਡ ਦੇ ਵਿੱਚ ਰਾਤ ਰਹੇਗੀ। ਜਿਹੜਾ ਦਿਨ ਅਤੇ ਰਾਤ ਦੀ ਜਿਹੜੀ ਪ੍ਰੋਸੈਸ ਆ ਉਹ ਰੁਕ ਜਾਵੇਗਾ, ਯਾਨੀ ਕਿ ਸਥਿਰ ਹੋਵੇਗਾ। ਇੱਕ ਸਾਈਡ ਦੇ ਉੱਪਰ ਟੈਂਪਰੇਚਰ ਜ਼ਿਆਦਾ ਰਹਿ ਜਾਵੇਗਾ, ਇੱਕ ਸਾਈਡ ਦੇ ਉੱਪਰ ਘੱਟ ਰਹਿ ਜਾਵੇਗਾ। ਤਾਂ ਇਸ ਤਰ੍ਹਾਂ ਦੀ ਜਿਹੜੀ ਪ੍ਰਕਿਰਿਆ ਮਿਲੇਗੀ, ਜਿਹਦੇ ਕਰਕੇ ਅਰਥ ਦੇ ਉੱਪਰ ਜਿਹੜਾ ਜੀਵਨ ਉਹ ਬਹੁਤ ਹੱਦ ਤੱਕ ਘੱਟ ਜਾਵੇਗਾ, ਅਨੁਕੂਲ ਨਹੀਂ ਹੋਵੇਗਾ, ਯਾਨੀ ਕਿ ਮਨੁੱਖ ਦੇ ਲਈ। ਠੀਕ ਹੈ। ਸੋ ਇੱਕ ਸਾਈਡ ਦੇ ਉੱਪਰ ਦਿਨ ਰਹੇਗਾ ਔਰ ਇੱਕ ਸਾਈਡ ਦੇ ਉੱਪਰ ਰਾਤ ਰਹੇਗੀ। ਜੇਕਰ ਰੋਟੇਟਿੰਗ ਰੁਕ ਜਾਂਦੀ ਹੈ, ਧਰਤੀ ਦੀ ਦੈਨਿਕ ਗਤੀ ਰੁਕ ਜਾਂਦੀ ਹੈ। ਨੈਕਸਟ ਹੈ ਨਾ, ਦ ਅਰਥ ਮੂਵ ਫਰੋਮ ਵੈਸਟ ਟੂ ਈਸਟ ਇਟ ਇਜ਼ because of this movement. Example of rotation of the earth, that sun, moon, stars appear as if moving around the earth from east to west. ਸੋ ਸਾਡੀ ਜਿਹੜੀ ਅਰਥ ਹੈਗੀ ਉਹ ਮੂਵ ਕਰਦੀ ਹੈ ਵੈਸਟ ਤੋਂ ਈਸਟ, ਯਾਨੀ ਕਿ ਪੱਛਮ ਤੋਂ ਪੂਰਬ ਦੇ ਵੱਲ ਨੂੰ ਘੁੰਮਦੀ ਹੈਗੀ ਹੈ, ਵੈਸਟ ਤੋਂ ਈਸਟ ਦੇ ਵੱਲ ਘੁੰਮਦੀ ਹੈਗੀ ਹੈ। ਔਰ ਇਸੇ ਪ੍ਰਕਿਰਿਆ ਕਰਕੇ ਕੀ ਹੈਗਾ, ਜਿਹੜੇ ਸਨ ਹੋ ਜਾਂਦਾ ਹੈਗਾ ਗਾ, ਮੂਨ ਹੋ ਜਾਂਦਾ ਜਾਂ ਸਟਾਰ ਹੋ ਜਾਂਦੀ ਹੈ, ਉਹ ਸਾਨੂੰ ਈਸਟ ਦੇ ਵਿੱਚੋਂ ਨਿਕਲਦੇ ਦਿਖਾਈ ਦਿੰਦੇ ਹੈਗੇ ਨੇਗੇ। ਇਹ ਧਰਤੀ ਦੀ ਦੈਨਿਕ ਗਤੀ ਦੇ ਕਾਰਨ ਹੀ ਹੈਗਾ, ਕਿਉਂਕਿ ਧਰਤੀ ਵੈਸਟ ਤੋਂ ਈਸਟ ਦੇ ਵਿੱਚ ਘੁੰਮਦੀ ਹੈ। ਤਾਂ ਇਸ ਕਰਕੇ ਚਾਹੇ ਸੂਰਜ ਹੈ, ਚਾਹੇ ਮੂਨ ਹੈ, ਅਤੇ ਚਾਹੇ ਉਹ ਤਾਰੇ ਨੇ, ਉਹ ਸਾਰੇ ਦੇ ਸਾਰੇ ਕਿੱਥੋਂ ਸਾਨੂੰ ਦਿਖਾਉਂਦੇ ਨੇ, ਈਸਟ ਦੇ ਵਿੱਚੋਂ ਨਿਕਲਦੇ ਦਿਖਾਈ ਦਿੰਦੇ ਨੇ ਅਤੇ ਪੱਛਮ ਦੇ ਵਿੱਚ ਜਾ ਕੇ ਉਹ ਛਿਪ ਜਾਂਦੇ ਹੈਗੇ ਨੇ। ਨੈਕਸਟ ਆਂਦਾ ਥਰਡ, both in the morning and evening the rays of the sun are slanting. They fall on the large area of the earth, so there is a lesser heat during these times, but at noon the rays of the sun rise more or less vertical. They fall on smaller area and make it very hot, so noons are comparatively hotter as compared to both mornings and evenings. Remember, days and nights are the same duration of the equator. These decrease or increase in northward or southward. ਸੋ ਥਰਡ ਦੇ ਵਿੱਚ ਆ ਜਾਂਦਾ ਹੈ ਕਿ ਸਵੇਰੇ ਅਤੇ ਸ਼ਾਮ ਨੂੰ ਜਦੋਂ ਸੂਰਜ ਦੀਆਂ ਕਿਰਨਾਂ ਜਿਹੜੀਆਂ ਤਿਰਛੀਆਂ ਪੈਂਦੀਆਂ ਨੇਗੀਆਂ ਧਰਤੀ ਦੇ ਉੱਪਰ, ਤਾਂ ਇਹਦੇ ਨਾਲ ਕੀ ਹੈਗਾ ਗਾ, ਇਹ ਜ਼ਿਆਦਾ ਜਗ੍ਹਾ ਘੇਰਦੀਆਂ ਨੇ, ਜਿਸ ਕਰਕੇ ਜਿਹੜੀ ਸੂਰਜ ਦੀ ਗਰਮੀ ਆ ਉਹ ਘੱਟ ਜਾਂਦੀ ਹੈਗੀ, ਯਾਨੀ ਕਿ ਨਾਰਥ ਪੋਲ ਸਾਊਥ ਪੋਲ ਦੇ ਵੱਲ ਨੂੰ ਜਾਂਦੇ ਜਾਂਦੇ ਕਿ ਸੂਰਜ ਦੀਆਂ ਕਿਰਨਾਂ ਤਿਰਛੀਆਂ ਹੋ ਜਾਂਦੀਆਂ, ਜਿਹਦੇ ਕਰਕੇ ਕੀ ਹੈ, ਪ੍ਰਕਾਸ਼ ਉੱਥੇ ਘੱਟ ਪਾਉਂਦਾ ਹੈ, ਖਿਲਰ ਜਾਂਦੀਆਂ ਉਹ ਸਾਰੀਆਂ ਕਿਰਨਾਂ, ਜਿਸ ਦੇ ਕਾਰਨ ਕੀ ਹੁੰਦਾ, ਗਰਮੀ ਘੱਟ ਜਾਂਦੀ ਹੈ, ਟੈਂਪਰੇਚਰ ਘੱਟ ਜਾਂਦਾ ਹੈ, ਅਤੇ ਉਸ ਏਰੀਏ ਦੇ ਵਿੱਚ ਕੀ ਹੁੰਦਾ ਹੈਗਾ, ਗਰਮੀ ਘੱਟ ਪੈਂਦੀ ਹੈ। ਬਟ ਜਦੋਂ ਹੀ ਅਸੀਂ ਦੁਪਹਿਰ ਦੇ ਟਾਈਮ ਦੇ ਵਿੱਚ ਪਹੁੰਚਦੇ ਹਾਂ, 12 ਵਜੇ ਦਾ ਸਮਾਂ ਹੁੰਦਾ ਹੈ, ਤਾਂ ਉਸ ਸਮੇਂ ਕੀ ਹੁੰਦੀਆਂ ਜਿਹੜੀਆਂ ਕਿਰਨਾਂ ਉਹ ਧਰਤੀ ਦੇ ਉੱਪਰ ਸਿੱਧੀਆਂ ਪੈਂਦੀਆਂ ਹੈਗੀਆਂ ਨੇ ਬਿਨਾਂ ਝੁਕਾਅ ਦੇ। ਤਾਂ ਇਸ ਨਾਲ ਕੀ ਹੁੰਦਾ, ਉਸ ਸਮੇਂ ਗਰਮੀ ਜਿਹੜੀ ਉਹ ਵੱਧ ਜਾਂਦੀ ਹੈ, ਅਤੇ ਸਵੇਰ ਅਤੇ ਸ਼ਾਮ ਦੇ ਨਾਲੋਂ ਕੀ ਆ, ਉਹ ਗਰਮੀ ਵੱਧ ਜਾਂਦੀ ਹੈ। ਉਸ ਸਮੇਂ ਦੇ ਵਿੱਚ ਸਵੇਰ ਅਤੇ ਸ਼ਾਮ ਦੇ ਵਿੱਚ ਘੱਟ ਗਰਮੀ ਹੁੰਦੀ ਹੈ, ਅਤੇ ਦੁਪਹਿਰ ਦੇ ਸਮੇਂ ਜਿਹੜੀ ਗਰਮੀ ਉਹ ਜ਼ਿਆਦਾ ਹੁੰਦੀ ਹੈ। ਇਹ ਕਾਰਨ ਕੀ ਹੈ, ਰੋਟੇਸ਼ਨ ਦੇ ਕਾਰਨ ਹੀ ਹੈਗਾ, ਧਰਤੀ ਦੀ ਦੈਨਿਕ ਗਤੀ ਦੇ ਕਾਰਨ ਹੀ ਹੈ। ਔਰ ਇੱਕ ਗੱਲ ਹੋਰ ਯਾਦ ਰੱਖਣ ਯੋਗ ਹੈਗੀ ਹੈ, ਜਿਹੜੀ ਕਿ ਇਕੁਏਟਰ ਦੇ ਉੱਪਰ ਜਿਹੜੀ ਦਿਨ ਅਤੇ ਰਾਤ ਉਹ ਬਰਾਬਰ ਹੀ ਰਹਿੰਦੇ ਨੇ ਹਮੇਸ਼ਾ, ਯਾਨੀ ਕਿ ਉੱਥੇ ਕਦੇ ਵੀ ਦਿਨ ਛੋਟੇ ਵੱਡੇ ਨਹੀਂ ਹੁੰਦੇ ਹੈਗੇ, ਕਿ ਸਾਰੇ ਦਿਨ ਅਤੇ ਬਰਾਬਰ ਹੁੰਦੇ ਨੇ, ਅਤੇ ਉੱਥੇ ਸੂਰਜ ਦੀਆਂ ਜਿਹੜੀਆਂ ਕਿਰਨਾਂ ਉਹ ਵੀ ਸਿੱਧੀਆਂ ਪੈਂਦੀਆਂ ਹਨ, ਜਿਸ ਕਰਕੇ ਉੱਥੋਂ ਦਾ ਟੈਂਪਰੇਚਰ ਵੀ ਹਮੇਸ਼ਾ ਜਿਹੜਾ ਉਹ ਹਾਈ ਰਹਿੰਦਾ ਹੈਗਾ। ਔਰ ਜਿਵੇਂ ਜਿਵੇਂ ਅਸੀਂ ਸਾਊਥਵਰਡ ਅਤੇ ਨਾਰਥਵਰਡ ਵੱਲ ਜਾਵਾਂਗੇ, ਉਵੇਂ ਟੈਂਪਰੇਚਰ ਇਨਕਰੀਜ਼ ਹੁੰਦਾ ਜਾਊਗਾ। ਸਾਊਥਵਰਡ ਅਤੇ ਨਾਰਥਵਰਡ ਦੇ ਵਿੱਚ ਕੀ ਹੈਗਾ, 6 ਮਹੀਨਿਆਂ ਦਾ ਦਿਨ ਅਤੇ 6 ਮਹੀਨਿਆਂ ਦਾ ਜਿਹੜਾ ਰਾਤ ਹੁੰਦਾ ਹੈਗਾ। ਨੈਕਸਟ ਆਉਂਦਾ ਆਲਸੀ ਬ੍ਰਿਜਸ permanent winds while blowing turn toward their right or left hand, because according to Friedel laws winds blowing northward
in northern hemisphere instead of the blowing state turn to their right hand and turn toward the left hand while moving in southern hemisphere. All this is due to rotation of the earth. So rotation ਦੀ ਇੱਕ ਹੋਰ ਇਫੈਕਟ ਹੈ ਵੱਡਾ ਕਿ ਧਰਤੀ ਦੇ ਉੱਪਰ ਜਿਹੜੀਆਂ ਹਵਾਵਾਂ ਚੱਲਦੀਆਂ ਨੇਗੀਆਂ, ਚਾਹੇ ਉਹ ਸੀ ਬ੍ਰਿਜ ਦੇ ਉੱਪਰ ਹੋਣ, ਚਾਹੇ ਤਲ ਸਮੀਰ ਦੇ ਵਿੱਚ ਹੋਣ, ਚਾਹੇ ਉਹ ਲੋਕਲ ਵਿੰਡਸ ਹੋਣ, ਸਾਰੀਆਂ ਜਿਹੜੀਆਂ ਹਵਾਵਾਂ ਚੱਲਦੀਆਂ ਨੇਗੀਆਂ ਉਹ ਖੱਬੇ ਜਾਂ ਸੱਜੇ ਪਾਸੇ ਵੱਲ ਝੁਕਦੀਆਂ ਨੇ। ਉਹ ਕਾਹਦੇ ਕਾਰਨ ਝੁਕਦੀਆਂ ਨੇਗੀਆਂ? ਧਰਤੀ ਦੀ ਦੈਨਿਕ ਗਤੀ ਕਰਕੇ, ਕਿ ਰੋਟੇਸ਼ਨ ਦੀ ਕਰਕੇ ਧਰਤੀ ਦੀ। ਯਾਨੀ ਕਿ ਇਹ ਸਾਰੀਆਂ ਜਿਹੜੀਆਂ ਹਵਾਵਾਂ ਚੱਲਦੀਆਂ ਨੇ ਉਹ ਸਿੱਧੀਆਂ ਨਹੀਂ ਵਗਦੀਆਂ। ਇਸੇ ਪ੍ਰਕਿਰਿਆ ਦੀ ਜਿਹੜੀ ਖੋਜ ਕੀਤੀ ਗਈ ਸੀ ਉਹ ਫੈਰਲ ਲਾ ਦੇ ਅਕੋਰਡਿੰਗ ਕੀਤੀ ਗਈ ਸੀ। ਇਸ ਨੇ ਹਵਾਵਾਂ ਦੀ ਜਿਹੜੀ ਗਤੀ ਹੈਗੀ ਹੈ, ਠੀਕ ਹੈ, ਹਵਾਵਾਂ ਦੀ ਚੱਲਣ ਦੀ ਜਿਹੜੀ ਦਿਸ਼ਾ ਹੈਗੀ ਆ ਉਸ ਨੂੰ ਨਿਰਧਾਰਿਤ ਕੀਤਾ ਸੀ ਕਿ ਹਵਾਵਾਂ ਖੱਬੇ ਸੱਜੇ ਜਿਹੜੇ ਕਿਉਂ ਵਗਦੀਆਂ ਨੇਗੀਆਂ। ਉਹ ਸਾਰਾ ਫੈਰਲ ਲਾ ਦੇ ਅਕੋਰਡਿੰਗ ਹੈ। ਸੋ ਇਹ ਇੰਪੋਰਟੈਂਟ ਹੈ। ਇਸੇ ਵਿਗਿਆਨੀ ਦੀ ਖੋਜ ਕੀਤੀ ਸੀ। ਤਾਂ ਉੱਤਰੀ ਜੇ ਗੱਲ ਕਰੀਏ ਅਸੀਂ ਨੌਰਥ ਹੈਮਸਫੀਅਰ ਦੀ, ਤਾਂ ਨੌਰਦਰਨ ਹੈਮਸਫੀਅਰ ਦੇ ਵਿੱਚ ਜਿਹੜੀਆਂ ਹਵਾਵਾਂ ਚੱਲਦੀਆਂ ਨੇ ਉਹ ਸੱਜੇ ਪਾਸੇ ਮੁੜਦੀਆਂ ਹੈਗੀਆਂ ਨੇਗੀਆਂ। ਨੌਰਥ ਹੈਮਸਫੀਅਰ ਦੇ ਵਿੱਚ ਹੁੰਦੀਆਂ ਨੇ ਜਿਹੜੀਆਂ ਉਹ ਹਵਾਵਾਂ ਸੱਜੇ ਪਾਸੇ ਵੱਲ ਮੁੜਦੀਆਂ ਹੈਗੀਆਂ ਨੇ, ਯਾਨੀ ਕਿ ਰਾਈਟ ਹੈਂਡ ਵੱਲ ਮੁੜਦੀਆਂ ਹੈਗੀਆਂ ਨੇ। ਸਾਊਥ ਦੇ ਵਿੱਚ ਜਿਹੜੀਆਂ ਚੱਲਦੀਆਂ ਨੇ ਉਹ ਖੱਬੇ ਪਾਸੇ ਮੁੜਦੀਆਂ ਹੈਗੀਆਂ ਨੇਗੀਆਂ, ਯਾਨੀ ਕਿ ਲੈਫਟ ਹੈਂਡ ਵੱਲ। ਠੀਕ ਹੈ। ਸੋ ਇਸੇ ਤਰੀਕੇ ਦੇ ਨਾਲ ਕਿ ਨੌਰਥ ਪਾਰਟ ਦੇ ਵਿੱਚ ਸਾਡੇ ਖੱਬੇ ਸੱਜੇ ਹੱਥ ਮੁੜੇਗੀ ਹਵਾ, ਔਰ ਸਾਊਥ ਵਾਲੇ ਪਾਰਟ ਦੇ ਵਿੱਚ ਸਾਡੇ ਖੱਬੇ ਹੱਥ ਹਵਾ ਮੁੜਦੀ ਹੈਗੀ। ਹਵਾਵਾਂ ਜਿਹੜੀਆਂ ਚੱਲਦੀਆਂ ਹੈਗੀਆਂ ਨੇ ਅਲੱਗ-ਅਲੱਗ ਅਰਥ ਗੋਲਿਆਂ ਵਿੱਚ। ਨੈਕਸਟ ਹੈ ਰਿਵੋਲੂਸ਼ਨਸ ਆਫ ਦਾ ਅਰਥ, ਧਰਤੀ ਦੀ ਵਾਰਸ਼ਨਿਕ ਗਤੀ ਜਿਹੜੀ ਹੈਗੀ ਹੈ। ਪਹਿਲਾਂ ਰੋਟੇਸ਼ਨ ਦੀ ਗੱਲ ਕੀਤੀ ਹੈ, ਯਾਨੀ ਕਿ ਧਰਤੀ ਦੀ ਦੈਨਿਕ ਗਤੀ ਜਿਹੜੀ ਕਿ ਉਹ ਆਪਣੀ ਧੁਰੇ ਦੇ ਦੁਆਲੇ ਘੁੰਮਦੀ ਹੈ। ਹੁਣ ਅਸੀਂ ਗੱਲ ਕਰਾਂਗੇ ਰਿਵੋਲੂਸ਼ਨ ਦੀ, ਜਿਹੜੀ ਕਿ ਧਰਤੀ ਸੂਰਜ ਦੇ ਦੁਆਲੇ ਘੁੰਮਦੀ ਹੈਗੀ ਹੈ। Earth revolves around the sun and complete its cycle in 365 half 4 days, यानी कि 365 days and 6 hours। ਸੋ ਸਾਡੀ ਜਿਹੜੀ ਧਰਤੀ ਹੈਗੀ ਉਹ ਆਪਣੀ ਧੁਰੀ ਦੇ ਦੁਆਲੇ ਦਾ ਘੁੰਮਦੀ ਹੈਗੀ 24 ਘੰਟਿਆਂ ਦੇ ਵਿੱਚ। 24 ਘੰਟਿਆਂ ਦੇ ਵਿੱਚ ਆਪਣਾ ਚੱਕਰ ਜਿਹੜਾ ਪੂਰਾ ਕਰ ਲੈਂਦੀ ਹੈ। ਔਰ ਜਦੋਂ ਅਸੀਂ ਰਿਵੋਲਵਿੰਗ ਦੀ ਗੱਲ ਕਰਦੇ ਹਾਂ, ਧਰਤੀ ਦੀ ਵਾਰਸ਼ਨਿਕ ਗਤੀ ਦੀ ਗੱਲ ਕਰਦੇ ਹਾਂ, ਤਾਂ ਇਹ ਸੂਰਜ ਦੇ ਦੁਆਲੇ ਜਿਹੜਾ ਆਪਣਾ ਸਰਕਲ ਪੂਰਾ ਕਰਦੀ ਹੈਗੀ ਹੈ। ਉਹ 365 ਦਿਨਾਂ ਦੇ ਵਿੱਚ ਆਪਣਾ ਸਰਕਲ ਪੂਰਾ ਕਰਦੀ ਹੈ, ਯਾਨੀ ਕਿ 365 ਦਿਨ ਅਤੇ 6 ਘੰਟਿਆਂ ਦੇ ਵਿੱਚ। ਕੈਲਕੂਲੇਟਿੰਗ ਇਟ ਇਜ਼ ਇਨ ਦਿਸ ਵੇ ਵੀ ਐਡ 1 day 6 × 4 equal 24 hours to the calendar in 4th year। ਸੋ ਜਦੋਂ ਅਸੀਂ ਇਸ ਨੂੰ ਜੋੜਦੇ ਹੈਗੇ, ਠੀਕ ਹੈ ਨਾ, 365 ਦਿਨਾਂ ਅਤੇ 6 ਘੰਟਿਆਂ ਨੂੰ ਅਸੀਂ ਜਦੋਂ ਚੌਥੇ ਸਾਲ ਦੇ ਵਿੱਚ ਇੱਕ ਦਿਨ ਨੂੰ ਵਧਾ ਦਿੰਦੇ ਹੈਗੇ ਹਾਂ, ਯਾਨੀ ਕਿ 6 ਘੰਟਿਆਂ ਨੂੰ ਜਦੋਂ 4 ਸਾਲਾਂ ਦੇ ਨਾਲ ਗੁਣਾ ਕਰਾਂਗੇ, ਠੀਕ ਹੈ, ਤਾਂ ਉਸ ਦੇ 24 ਘੰਟੇ ਹੋ ਜਾਂਦੇ। ਟੋਟਲ 24 ਘੰਟਿਆਂ ਨੂੰ ਅਸੀਂ ਚੌਥੇ ਸਾਲ ਦੇ ਵਿੱਚ ਜੋੜ ਦਿੰਦੇ ਹੈਗੇ ਜੀ। ਜਦੋਂ ਚੌਥੇ ਸਾਲ ਇਸ ਨੂੰ ਜੋੜ ਦਿੰਦੇ ਹਾਂ ਤਾਂ ਉਸ ਈਅਰ ਨੂੰ ਕੀ ਕਿਹਾ ਜਾਂਦਾ ਹੈ? ਲੀਪ ਵਾਲਾ ਈਅਰ ਕਿਹਾ ਜਾਂਦਾ ਹੈਗਾ। ਦਿਸ ਈਅਰ ਇਜ਼ ਕਾਲਡ ਲੀਪ ਈਅਰ। ਜਦੋਂ ਕਿ 366 ਦਿਨ ਹੋ ਜਾਂਦੇ ਨੇ ਹੈਗੇ, ਠੀਕ ਹੈ, ਉਸ ਨੂੰ ਚੌਥਾ ਸਾਲ ਕਿਹਾ ਜਾਂਦਾ ਹੈਗਾ, ਲੀਪ ਵਾਲਾ ਈਅਰ। This every 4th year in solar calendars has 360 the extra days added to February। ਸੋ ਜਿਹੜਾ ਐਕਸਟਰਾ ਡੇ ਹੁੰਦਾ ਹੈਗਾ, ਪਹਿਲਾਂ 365 ਹੁੰਦੇ, ਉਹਦੇ ਵਿੱਚ ਐਕਸਟਰਾ ਜਿਹੜਾ ਦਿਨ ਜੋੜਿਆ ਜਾਂਦਾ ਉਹ ਫਰਵਰੀ ਮਹੀਨੇ ਦੇ ਵਿੱਚ ਜੋੜਿਆ ਜਾਂਦਾ ਹੈ। In an ordinary year February has 28 days while in the leap year it is 29 days। ਸੋ ਉਹ ਤਾਂ ਨੋਰਮਲੀ ਅਸੀਂ ਦੇਖਦੇ ਹਾਂ ਕਿ ਫਰਵਰੀ ਮਹੀਨੇ ਦੇ ਵਿੱਚ 28 ਦਿਨ ਹੁੰਦੇ ਨੇ, ਬਟ ਜਦੋਂ ਲੀਪ ਵਾਲਾ ਈਅਰ ਹੁੰਦਾ ਤਾਂ ਉਸ ਦਿਨ ਕੀ ਹੈ? 29 ਦਿਨ ਹੁੰਦੇ ਹੈਗੇ ਨੇ ਜੀ। Remember year divisal by 4 is treated as a leap year। 1984 and 1992, 2000, 2004 are leap years। So 1984, 1992, 2000 ਅਤੇ 2004 ਨੂੰ ਜਿਹੜਾ ਅਸੀਂ ਲੀਪ ਵਾਲਾ ਈਅਰ ਕਹਿੰਦੇ ਹਾਂ, ਯਾਨੀ ਕਿ 4 ਸਾਲਾਂ ਬਾਅਦ ਜਿਹੜਾ ਲੀਪ ਈਅਰ ਆਉਂਦਾ ਹੈਗਾ। 2004 ਤੋਂ ਬਾਅਦ 8 ਦੇ ਵਿੱਚ, 8 ਤੋਂ ਬਾਅਦ 12 ਦੇ ਵਿੱਚ, 12 ਤੋਂ 16 ਅਤੇ 16 ਤੋਂ 2020 ਦੇ ਵਿੱਚ ਜਿਹੜਾ ਲੀਪ ਵਾਲਾ ਈਅਰ ਆ ਜਾਂਦਾ ਹੈਗਾ, ਠੀਕ ਹੈ। ਸੋ ਨੈਕਸਟ, ਸੋ 2020 ਦੇ ਵਿੱਚ ਜਿਹੜਾ ਅਸੀਂ ਗੱਲ ਕਰ ਰਹੇ ਸੀ ਕਿ ਲੀਪ ਵਾਲਾ ਈਅਰ ਸੀ। ਹੁਣ ਇਸ ਤੋਂ ਬਾਅਦ 2024 ਦੇ ਵਿੱਚ ਜਿਹੜਾ ਲੀਪ ਈਅਰ ਹੋਵੇਗਾ। While moving around the sun, the earth moves on the specific elliptical
path as shown in figure 3.4. This path is known as planetary path. Planetary path. Earth revolves around the sun with a speed of approx 1 lakh kilometer 1 lakh 5,600 kilometers per hour. Sun remains in center of the path. Sun is 15 crore kilometers away from the earth. ਸੋ ਸੂਰਜ ਦੇ ਦੁਆਲੇ ਜਿਹੜੀ ਧਰਤੀ ਆ ਉਹਦਾ ਜਿਹੜਾ ਪੱਥ ਉਹ ਬਿਲਕੁਲ ਗੋਲ ਨਹੀਂ ਹੈਗਾ ਗਾ, ਯਾਨੀ ਕਿ ਗੋਲਾਈ ਦੇ ਵਿੱਚ ਧਰਤੀ ਦੇ ਦੁਆਲੇ ਉਹ ਨਹੀਂ ਘੁੰਮਦੀ ਹੈਗੀ ਗੀ, ਠੀਕ ਹੈ। ਔਰ ਨਾਲ ਹੀ ਇਸ ਪੱਥ ਨੂੰ ਜਿਹੜਾ ਅਸੀਂ ਗ੍ਰਹਿ ਪੱਥ ਦੇ ਨਾਮ ਨਾਲ ਜਾਣਦੇ ਹੈਗੇ ਆਂਗੇ, ਪਲੈਨਟਰੀ ਪੱਥ ਦੇ ਨਾਮ ਨਾਲ ਜਾਣਦੇ ਹੈਗੇ ਆ ਇਸ ਪ੍ਰਕਿਰਿਆ ਨੂੰ, ਜਿਸ ਏਰੀਏ ਦੇ ਵਿੱਚ ਧਰਤੀ ਜਿਹੜੀ ਸੂਰਜ ਦੇ ਦੁਆਲੇ ਚੱਕਰ ਕੱਢਦੀ ਹੈਗੀ ਆ। ਇਹ ਗੋਲਾਈ ਦੇ ਵਿੱਚ ਵੀ ਨਹੀਂ ਹੈਗਾ, ਇਸ ਚੀਜ਼ ਨੂੰ ਵੀ ਆਪਾਂ ਧਿਆਨ ਰੱਖਣਾ ਹੈਗਾ। ਧਰਤੀ ਸੂਰਜ ਦੇ ਦੁਆਲੇ ਜਿਹੜਾ ਬਹੁਤ ਹੀ ਤੇਜ਼ ਰਫ਼ਤਾਰ ਦੇ ਨਾਲ ਘੁੰਮਦੀ ਹੈ, ਤਕਰੀਬਨ ਜਿਹੜਾ 1 ਲੱਖ ਤੋਂ ਵੱਧ ਜਾਂ ਯਾਨੀ ਕਿ 1,55,100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਸੂਰਜ ਦੇ ਦੁਆਲੇ ਚੱਕਰ ਕੱਢਦੀ ਹੈਗੀ ਹੈ। ਸੂਰਜ ਹਮੇਸ਼ਾ ਹੀ ਮੱਧ ਦੇ ਵਿੱਚ ਹੁੰਦਾ ਹੈਗਾ ਗਾ, ਅਤੇ ਸੂਰਜ ਜਿਹੜਾ ਧਰਤੀ ਤੋਂ ਲਗਭਗ 15 ਕਰੋੜ ਕਿਲੋਮੀਟਰ ਦੂਰ ਹੈਗਾ ਗਾ। ਸੋ ਇੱਕ ਰੈਵੋਲੂਸ਼ਨ ਯਾਨੀ ਕਿ ਗਤੀ ਹੈ। ਸੋ ਇਹ ਸੂਰਜ ਦੇ ਦੁਆਲੇ ਇਸ ਤਰੀਕੇ ਦੇ ਨਾਲ ਘੁੰਮਦੀ ਹੈ ਅਤੇ ਆਪਣੇ ਦੁਆਲੇ ਵੀ ਸਰਕਲ ਪੂਰਾ ਕਰਦੀ ਹੈ। ਸੋ ਆਹ ਅਰਥ ਐਕਸਿਸ, ਆਰਕਟਿਕ ਸਰਕਲ, ਟ੍ਰੋਪਿਕ ਆਫ ਕੈਂਸਰ, ਇਕੁਏਟਰ, ਟ੍ਰੋਪਿਕ ਆਫ ਕੈਪਰੀਕੋਨ, ਐਂਟਾਰਕਟਿਕ ਸਰਕਲ, ਇਸ ਬਾਰੇ ਅਸੀਂ ਸੈਕੰਡ ਚੈਪਟਰ ਦੇ ਵਿੱਚ ਡਿਸਕਸ ਕਰ ਲਿੱਤਾ ਸੀ। ਸੋ ਉਸ ਵੀਡੀਓ ਨੂੰ ਦੇਖਣਾ ਨਾ ਭੁੱਲਿਓ, ਤਾਂ ਉਸ ਦੇ ਵਿੱਚ ਤੁਸੀਂ ਇਸ ਨੂੰ ਡਿਟੇਲ ਦੇ ਵਿੱਚ ਸਟੱਡੀ ਕਰ ਸਕਦੇ ਹੋ। Due to inclination of the Earth's axis in the northern hemisphere from March 22nd to September 22nd, the North Pole receives sunlight continuously for 6 months, while on the South Pole the sun shines continuously for the other 6 months. In this way, at the poles there are days and nights of 6 month duration each other. So ਜਿਹੜੀ ਅਰਥ ਹੈਗੀ ਠੀਕ ਹੈ, ਉਹ 66.5 ਡਿਗਰੀ ਕੋਣ ਦੇ ਉੱਪਰ ਝੁਕੀ ਹੋਈ ਹੈ, ਇਹ ਸਾਨੂੰ ਪਤਾ ਹੈਗਾ ਗਾ। ਔਰ 21 ਮਾਰਚ ਅਤੇ 23 ਸਤੰਬਰ ਦੇ ਦਿਨ ਕੀ ਹੁੰਦਾ ਹੈਗਾ, ਸੂਰਜ ਦਾ ਜਿਹੜਾ ਧਰਤੀ ਜਿਹੜੀ ਸੂਰਜ ਦੇ ਬਿਲਕੁਲ ਉਹ ਸਾਹਮਣੇ ਹੁੰਦੀ ਹੈਗੀ ਠੀਕ ਹੈ। ਔਰ 21 ਮਾਰਚ ਨੂੰ ਜੇ ਗੱਲ ਕਰੀਏ ਅਸੀਂ, ਕਿਉਂਕਿ ਹੁਣ ਕਰਕੇ ਠੀਕ ਹੈ, ਉੱਤਰੀ ਗੋਲੇ ਦੇ ਵਿੱਚ ਕੀ ਅੱਧ ਤੋਂ ਵੱਧ ਹਿੱਸਾ ਜਿਹੜਾ 21 ਮਾਰਚ ਤੋਂ 21 ਸਤੰਬਰ ਤੋਂ ਤੱਕ ਜਿਹੜਾ ਸੂਰਜ ਦੇ ਸਾਹਮਣੇ ਹੁੰਦਾ ਹੈਗਾ ਠੀਕ ਹੈ। ਐਂਡ ਇਸੇ ਦੌਰਾਨ ਹੀ ਉੱਤਰੀ ਧਰੁਵ 'ਤੇ ਜੋ ਕਿ ਰਕਬੇ ਵਜੋਂ ਸਿਰਫ ਇੱਕ ਬਿੰਦੂ ਹੈਗਾ ਗਾ, ਸਾਰਾ ਸਮਾਂ ਜਿਹੜਾ ਉੱਥੇ ਸੂਰਜ ਦੇ ਸਾਹਮਣੇ ਰਹਿੰਦਾ ਹੈਗਾ ਗਾ, ਜਿਸ ਕਰਕੇ ਉੱਤਰੀ ਧਰੁਵ 'ਤੇ 6 ਮਹੀਨਿਆਂ ਦਾ ਦਿਨ ਹੁੰਦਾ ਹੈ। ਅਤੇ ਧਰਤੀ ਦੀ ਇਸੇ ਸਥਿਤੀ ਦੇ ਵਾਰਸ਼ਨਿਕ ਗਤੀ ਨਾਲ ਤਬਦੀਲੀ ਹੋਣ ਮਗਰੋਂ 23 ਸਤੰਬਰ ਤੋਂ 21 ਮਾਰਚ ਤੱਕ ਜਿਹੜਾ ਦੱਖਣੀ ਧਰੁਵ ਨੂੰ ਅਗਲੇ ਦਿਨ ਜਿਹੜਾ ਚੜ੍ਹਿਆ ਰਹਿੰਦਾ ਹੈਗਾ, ਯਾਨੀ ਕਿ 21 ਮਾਰਚ ਤੋਂ 23 ਸਤੰਬਰ ਤੱਕ ਜਿਹੜਾ ਸਮਾਂ ਹੈਗਾ ਗਾ, ਉਸ ਦੇ ਵਿੱਚ ਕੀ ਹੈਗਾ ਗਾ, ਸੂਰਜ ਦੀਆਂ ਜਿਹੜੀਆਂ ਕਿਰਨਾਂ ਨੇ ਉਹ ਉੱਪਰੀ ਭਾਗ ਦੇ ਵਿੱਚ ਪੈਂਦੀਆਂ ਹੈਗੀਆਂ ਨੇ, ਜਦੋਂ ਕਿ 23 ਸਤੰਬਰ ਤੋਂ 21 ਮਾਰਚ ਤੱਕ ਦੀਆਂ ਜਿਹੜੀਆਂ ਸੂਰਜ ਦੀਆਂ ਕਿਰਨਾਂ ਨੇ ਉਹ ਸਾਊਥ ਪੋਲ ਵੱਲ ਹੋ ਜਾਂਦੀਆਂ ਨੇ। ਇਸੇ ਕਰਕੇ ਕੀ ਹੈਗਾ ਗਾ ਕਿ 21 ਮਾਰਚ ਤੋਂ 23 ਸਤੰਬਰ ਤੱਕ ਜਿਹੜਾ ਸੂਰਜ ਉੱਤਰੀ ਤੋਂ ਵੱਲ ਰਹਿੰਦਾ ਹੈ, ਜਿਸ ਕਰਕੇ ਇੱਥੇ 6 ਮਹੀਨਿਆਂ ਦਾ ਦਿਨ ਹੁੰਦਾ ਹੈ। ਇਸ ਏਰੀਏ ਦੇ ਵਿੱਚ 6 ਮਹੀਨਿਆਂ ਦਾ ਦਿਨ ਹੁੰਦਾ ਹੈ ਅਤੇ 22 ਮਾਰਚ ਤੋਂ ਲੈ ਕੇ 23 ਸਤੰਬਰ ਤੋਂ ਲੈ ਕੇ 21 ਮਾਰਚ ਤੱਕ ਜਿਹੜਾ ਸਾਊਥ ਪੋਲ ਹੈਗਾ ਗਾ, ਉਸ ਥਾਂ ਦੇ ਉੱਪਰ ਕੀ ਹੁੰਦਾ ਹੈ, ਰਾਤ ਹੁੰਦੀ ਹੈਗੀ ਹੈ। Days and nights are equal duration throughout the world. March 21st and September 23, because on those days, these 2 days, neither of the 2 poles incline toward the sun. This proportion is called equinescence. ਸੋ ਇਸੇ ਦੌਰਾਨ ਜੇ ਅਸੀਂ ਗੱਲ ਕਰੀਏ ਠੀਕ ਹੈ ਕਿ ਧਰਤੀ ਜਿਹੜੀ ਵਾਰਸ਼ਿਕ ਗਤੀ ਦੀ ਜਿਹੜੀ ਤਬਦੀਲੀ ਹੋਣ ਦੇ ਮਗਰੋਂ 23 ਸਤੰਬਰ ਤੋਂ 21 ਮਾਰਚ ਤੱਕ ਜਿਹੜਾ ਦੱਖਣ ਧਰੁਵ ਨੂੰ ਅਗਲੇ 6 ਮਹੀਨੇ ਜਿਹੜਾ ਲਗਾਤਾਰ ਸੂਰਜ ਉਹ ਪ੍ਰਾਪਤ ਹੁੰਦਾ ਹੈਗਾ, ਔਰ ਜਿਸ ਕਰਕੇ 6 ਮਹੀਨਿਆਂ ਦਾ ਦਿਨ ਜਿਹੜਾ ਚੜ੍ਹਿਆ ਰਹਿੰਦਾ ਹੈਗਾ। ਇਸੇ ਧਰੁਵਾਂ 'ਤੇ ਕੀ ਹੈ 6 ਮਹੀਨੇ, ਇਸੇ ਤਰ੍ਹਾਂ ਜਿਹੜਾ ਧਰੁਵਾਂ 'ਤੇ 6 ਮਹੀਨਿਆਂ ਦਾ ਦਿਨ ਰਹਿੰਦਾ ਹੈ ਅਤੇ 6 ਮਹੀਨਿਆਂ ਦੀ ਜਿਹੜੀ ਰਾਤ ਰਹਿੰਦੀ ਹੈ। ਇਸੇ ਦੌਰਾਨ ਭੂਗੋਲਿਕ ਤੌਰ 'ਤੇ ਜਿਹੜਾ 21 ਜੂਨ ਨੂੰ ਸੂਰਜ ਦੀਆਂ ਕਿਰਨਾਂ ਜਿਹੜੀਆਂ ਉਹ ਸਿੱਧੀਆਂ ਪੈਂਦੀਆਂ ਹੈਗੀਆਂ ਨੇਗੀਆਂ ਅਤੇ 22 ਦਸੰਬਰ ਨੂੰ ਮਕਰ ਰੇਖਾ 'ਤੇ ਸਿੱਧੀਆਂ ਪੈ ਜਾਂਦੀਆਂ ਹੈਗੀਆਂ ਨੇ।
ਸੋ ਕਲੀਅਰ ਹੈ ਕਿ 23 ਸਤੰਬਰ ਤੋਂ 21 ਮਾਰਚ ਤੱਕ ਸਾਊਥ ਪੋਲ 'ਤੇ ਡੇ ਹੁੰਦਾ ਹੈ, ਔਰ 23 ਮਾਰਚ ਤੋਂ ਇਸੇ ਦਿਨ ਦੌਰਾਨ ਕੀ ਹੈਗਾ ਸਾਊਥ ਪੋਲ ਦੇ ਉੱਪਰ ਕੀ ਹੋ ਗਿਆ ਦਿਨ ਹੋ ਗਿਆ 23 ਸਤੰਬਰ ਤੋਂ 21 ਮਾਰਚ ਤੱਕ, ਅਤੇ 21 ਮਾਰਚ ਤੋਂ 23 ਸਤੰਬਰ ਤੱਕ ਜਿਹੜਾ ਨਾਰਥ ਪੋਲ ਦੇ ਉੱਪਰ ਕੀ ਹੈਗਾ ਦਿਨ ਹੁੰਦਾ ਹੈਗਾ, ਜਾਣੀ ਕਿ ਇੱਕ ਇਸੇ ਦੇ ਹੀ ਉਲਟ ਦੂਸਰੀਆਂ ਦੀਆਂ ਕਿਰਿਆਵਾਂ ਹੁੰਦੀਆਂ ਹੈਗੀਆਂ ਨੇ। ਵਿਸ਼ਵ ਵਿਗਿਆਨ ਸਮ੍ਰਿਤੀ equinoxes, it is the time when the sun rays fall directly on the equator, as a result days and nights are equal। ਸੋ equinoxes ਜਿਹੜੇ ਹੁੰਦੇ ਨੇਗੇ ਜਿਸ ਸਥਾਨ ਦੇ ਵਿੱਚ ਜਾਂ ਜਿਸ ਸਮੇਂ ਦੇ ਦੌਰਾਨ ਸੂਰਜ ਦੇ ਕਿਰਨਾਂ ਧਰਤੀ ਦੇ ਉੱਪਰ ਬਰਾਬਰ ਸਮੇਂ ਦੇ ਵਿੱਚ ਪੈਂਦੀਆਂ ਨੇ, ਜਿਸ ਦਿਨ ਅਤੇ ਰਾਤ ਜਿਹੜੇ ਉਹ ਬਰਾਬਰ ਹੁੰਦੇ ਨੇ, ਇਕੁਅਲ ਹੁੰਦੇ ਹੈਗੇ ਨੇ, ਉਸ ਨੂੰ equinoxes ਜਾਂ ਵਿਸ਼ਵ ਜਾਂ ਸਮ੍ਰਿਤੀ ਕਿਹਾ ਜਾਂਦਾ ਹੈ। ਇਸ ਦੇ ਦੌਰਾਨ ਭੂਗੋਲਿਕ ਤੌਰ 'ਤੇ ਜਿਹੜਾ 21 ਜੂਨ ਨੂੰ ਸੂਰਜ ਦੀਆਂ ਕਿਰਨਾਂ ਜਿਹੜੀਆਂ ਉਹ ਸਿੱਧੀਆਂ ਪੈ ਜਾਂਦੀਆਂ ਹੈਗੀਆਂ ਨੇ ਧਰਤੀ ਦੇ, ਔਰ 22 ਦਸੰਬਰ ਨੂੰ ਮਕਰ ਰੇਖਾ 'ਤੇ ਸਿੱਧੀਆਂ ਪੈਂਦੀਆਂ ਹੈਗੀਆਂ ਨੇ। 21 ਜੂਨ ਨੂੰ ਜਿਹੜੀਆਂ ਸੂਰਜ ਦੀਆਂ ਕਿਰਨਾਂ ਸਿੱਧੀਆਂ ਪੈਂਦੀਆਂ ਨੇ ਕਰਕ ਰੇਖਾ 'ਤੇ ਪੈਂਦੀਆਂ ਨੇ ਇਸ ਏਰੀਏ ਦੇ ਵਿੱਚ, ਯਾਨੀ ਕਿ ਟ੍ਰੋਪਿਕ ਆਫ ਕੈਂਸਰ ਦੇ ਵਿੱਚ, ਔਰ ਇਹ ਇੰਡੀਆ ਦੇ ਵਿੱਚੋਂ ਦੀ ਗੁਜ਼ਰਦੀ ਹੈ ਇਹ ਰੇਖਾ। ਇਸ ਸਥਾਨ ਦੇ ਵਿੱਚ 21 ਜੂਨ ਨੂੰ ਸਿੱਧੀਆਂ ਰੇਖਾਵਾਂ ਪੈਂਦੀਆਂ ਹੈਗੀਆਂ ਨੇ, ਔਰ 22 ਦਸੰਬਰ ਨੂੰ ਮਕਰ ਰੇਖਾ ਦੇ ਉੱਪਰ, ਯਾਨੀ ਕਿ ਟ੍ਰੋਪਿਕ ਆਫ ਕੈਪਰੀਕੋਨ ਦੇ ਵਿੱਚ ਪੈਂਦੀਆਂ ਹੈਗੀਆਂ ਨੇ 22 ਦਸੰਬਰ ਨੂੰ। ਠੀਕ ਹੈ, ਇਸ ਸਥਾਨ ਦੇ ਉੱਪਰ ਜ਼ਿਆਦਾ ਗਰਮੀ ਹੁੰਦੀ ਹੈ ਕਿਉਂਕਿ ਇਸ ਸਥਾਨ ਦੇ ਵਿੱਚ ਸਿੱਧੀਆਂ ਕਿਰਨਾਂ ਪੈਂਦੀਆਂ ਨੇ 22 ਦਸੰਬਰ ਨੂੰ, ਔਰ ਟ੍ਰੋਪਿਕ ਆਫ ਕੈਂਸਰ 'ਤੇ 21 ਜੂਨ ਨੂੰ, ਟ੍ਰੋਪਿਕ ਆਫ ਕੈਪਰੀਕੋਨ 'ਤੇ 22 ਦਸੰਬਰ ਨੂੰ ਸਿੱਧੀਆਂ ਪੈਂਦੀਆਂ ਨੇ। ਸਾਰੇ ਸੰਸਾਰ ਦੇ ਵਿੱਚ 21 ਮਾਰਚ ਅਤੇ 23 ਸਤੰਬਰ ਨੂੰ ਦਿਨ ਅਤੇ ਰਾਤ ਜਿਹੜੀ ਲੰਬਾਈ ਬਰਾਬਰ ਹੁੰਦੀ ਹੈ, ਕਿਉਂਕਿ ਇਹਨਾਂ ਦੋਹਾਂ ਦਿਨਾਂ ਨੂੰ ਕੋਈ ਵੀ ਧਰੁਵ ਜਿਹੜਾ ਸੂਰਜ ਦੇ ਵੱਲ ਨਹੀਂ ਝੁਕਿਆ ਹੁੰਦਾ ਹੈਗਾ। ਸੋ ਇਸੇ ਕਰਕੇ ਉੱਥੇ ਭੂ-ਮੱਧ ਰੇਖਾ ਦੇ ਉੱਪਰ ਕਿਹੜੀਆਂ ਕਿਰਨਾਂ ਨੇ ਉਹ ਸਿੱਧੀਆਂ ਪੈ ਰਹੀਆਂ ਹਨ। ਨੈਕਸਟ ਹੈ ਦ ਫੀਨੋਮੇਨਨ ਆਫ ਸੀਜ਼ਨ, ਯਾਨੀ ਰੁੱਤ ਤਬਦੀਲੀ, ਰੁੱਤਾਂ ਦੇ ਵਿੱਚ ਜਿਹੜਾ ਪਰਿਵਰਤਨ ਹੁੰਦਾ ਉਸ ਬਾਰੇ। The phenomena or changes of season is caused chiefly by the revolution of the earth around the sun and inclination of the earth axis at an angle 66 degree to plane of its orbit, which constantly point to same direction. It can be understood with the help of the diagram which show fourth position of the earth during the revolution around the sun। ਸੋ ਰੁੱਤ ਤਬਦੀਲੀ ਜਿਹੜੀ ਹੈਗੀ ਇੱਕ ਬਹੁਤ ਵੱਡਾ ਫਿਨੋਮਾ ਹੈਗਾ ਧਰਤੀ ਦੇ ਉੱਪਰ, ਜਿਹਦੇ ਨਾਲ ਬਹੁਤ ਸਾਰੀਆਂ ਕਿਰਿਆਵਾਂ ਦੇਖਣ ਨੂੰ ਮਿਲਦੀਆਂ ਨੇ। ਰੁੱਤ ਤਬਦੀਲੀ ਜਿਹੜਾ ਵਿਸ਼ੇਸ਼ ਕਰਕੇ ਉਹ ਵਾਰਸਨਿਕ ਗਤੀ ਦੇ ਕਰਕੇ ਹੀ ਹੁੰਦੀਆਂ ਹਨ, ਜਿਹੜੀਆਂ ਕਿ ਧਰਤੀ 365 ਦਿਨਾਂ ਦੇ ਵਿੱਚ ਚੱਕਰ ਪੂਰਾ ਕਰਦਾ, ਉਸ ਦਾ ਹੀ ਇੱਕ ਰਿਜ਼ਲਟ ਹੈ, ਉਸੇ ਦਾ ਹੀ ਨਤੀਜਾ ਹੈ। ਦੂਸਰਾ ਕਾਰਨ ਜਿਹੜਾ ਉਹ ਧਰਤੀ ਦਾ 66.5 ਡਿਗਰੀ ਦੇ ਉੱਪਰ ਝੁਕਾਓ ਹੋਣ ਦੇ ਕਰਕੇ ਹੈਗਾ, ਜੋ ਧਰਤੀ ਆਪਣੇ ਗ੍ਰਹਿ ਪਥ ਨੂੰ ਬਣਾਉਂਦੀ ਹੈਗੀ। ਠੀਕ ਹੈ, ਉਸੇ ਦੇ ਕਾਰਨ ਇਹ ਪ੍ਰਕਿਰਿਆ ਹੁੰਦੀ ਹੈ, ਅਰਥਾਤ ਧਰਤੀ ਸਿੱਧੀ ਨਹੀਂ ਘੁੰਮਦੀ, ਸਗੋਂ 66.5 ਡਿਗਰੀ ਦੇ ਕੋਣ ਬਣਾ ਕੇ ਘੁੰਮਦੀ ਹੈ, ਜਿਸ ਕਰਕੇ ਇਸ ਨੂੰ ਸਮਝਣ ਦੇ ਲਈ ਅਸੀਂ ਕੁਛ ਜਿਹੜਾ ਚਿੱਤਰਾਂ ਦਾ ਇਸਤੇਮਾਲ ਕਰਾਂਗੇ, ਡਾਇਗਰਾਮ ਦਾ ਇਸਤੇਮਾਲ ਕਰਾਂਗੇ, ਜਿਸ ਤੋਂ ਅਸੀਂ ਚੰਗੇ ਤਰੀਕੇ ਨਾਲ ਇਸ ਨੂੰ ਸਮਝ ਸਕਾਂਗੇ। ਸੋ ਇਹ ਸੀਜ਼ਨ ਨੂੰ ਸਮਝਣ ਦੇ ਲਈ ਇੱਕ ਬਹੁਤ ਹੀ ਇੰਪੋਰਟੈਂਟ ਇਮੇਜ ਹੈਗੀ, ਜਿਹਦੇ ਥਰੂ ਤੁਸੀਂ ਚੰਗੇ ਤਰੀਕੇ ਦੇ ਨਾਲ ਜਿਹੜਾ ਸਮਝ ਸਕਦੇ ਹੋ। ਸੋ ਫਸਟ ਆ ਜਾਂਦੇ ਹੈਗੇ ਆ ਇਸ ਪੁਆਇੰਟ ਦੇ ਵਿੱਚ, ਡੇ ਹੈਗਾ ਗਾ 21 ਮਾਰਚ ਦਾ ਦਿਨ ਹੈਗਾ ਗਾ। ਠੀਕ ਹੈ, ਅਰਥ ਦੀ ਪੋਜੀਸ਼ਨ ਦੇ ਬਾਰੇ, ਸੂਰਜ ਦੀਆਂ ਕਿਰਨਾਂ ਜਿਹੜੀਆਂ ਹੁਣ ਇਸ ਦੇ ਉੱਪਰ ਪੈ ਰਹੀਆਂ ਨੇ। 21 ਮਾਰਚ ਨੂੰ ਕੀ ਹੁੰਦਾ ਹੈਗਾ ਗਾ ਕਿ ਸਾਊਥ ਪੋਲ ਜਿਹੜਾ ਹੈਗਾ ਗਾ ਉਸ ਦੇ ਵਿੱਚ ਸਪਰਿੰਗ ਹੁੰਦੀ ਹੈਗੀ। ਸਪਰਿੰਗ ਮਤਲਬ ਕਿ ਬਸੰਤ ਰੁੱਤ ਆਉਂਦੀ ਹੈਗੀ। ਠੀਕ ਹੈ, ਔਰ ਸਾਊਥ ਪੋਲ ਜਿਹੜਾ ਹੈਗਾ ਉਸ ਥਾਂ ਦੇ ਉੱਪਰ ਆਟਮਨਸ ਹੁੰਦੀ ਹੈਗੀ, ਜਾਣੀ ਕਿ ਪਤਝੜ ਦੀ ਰੁੱਤ ਹੁੰਦੀ ਹੈਗੀ 21 ਮਾਰਚ ਨੂੰ। ਇਸ ਤੋਂ ਬਾਅਦ ਆ ਜਾਂਦੇ ਹੈਗੇ 21 ਜੂਨ ਨੂੰ।
21 ਜੂਨ ਨੂੰ ਕੀ ਹੁੰਦਾ ਕਿ ਸਾਊਥ ਪੋਲ ਜਿਹੜਾ ਹੈਗਾ ਨਾਰਥ ਪੋਲ ਜੋ ਹੈਗਾ ਉਸ ਸਥਾਨ ਦੇ ਉੱਪਰ ਸਮਰਸ ਹੁੰਦੀਆਂ ਯਾਨੀ ਕਿ ਗਰਮੀ ਦੀ ਰੁੱਤ ਹੁੰਦੀ ਹੈ, ਔਰ ਨੀਚੇ ਜਿਹੜਾ ਸਾਊਥ ਪੋਲ ਹੈ ਉਸ ਦੇ ਉੱਪਰ ਵਿੰਟਰਸ ਹੁੰਦੀਆਂ ਨੇ ਯਾਨੀ ਕਿ ਸਰਦੀ ਦੀ ਰੁੱਤ ਹੁੰਦੀ ਹੈਗੀ ਹੈ। ਐਂਡ ਇਸ ਤੋਂ ਬਾਅਦ ਫਿਰ ਅਸੀਂ 23 ਸਤੰਬਰ ਦਾ ਜਾਂਦੇ ਹੈਗੇ ਇਸ ਦਿਨ ਨੂੰ ਜਿਹੜੀ ਧਰਤੀ ਦੀ ਸਾਊਥ ਔਰ ਨਾਰਥ ਪੋਲ ਵੱਲ ਕੀ ਹੁੰਦਾ ਆਟਮਸ ਹੁੰਦੀਆਂ ਹੈਗੀਆਂ ਨੇ ਯਾਨੀ ਕਿ ਪਤਝੜ ਦੀ ਰੁੱਤ ਹੁੰਦੀ ਹੈ, ਔਰ ਸਪ੍ਰਿੰਗਸ ਜਿਹੜੀ ਹੈ ਕਿ ਬਸੰਤ ਰੁੱਤ ਹੁੰਦੀ ਹੈ ਉਹ ਸਾਊਥ ਪੋਲ ਦੇ ਉੱਪਰ ਹੁੰਦੀ ਹੈਗੀ ਹੈ। ਇਸ ਤੋਂ ਬਾਅਦ ਅਸੀਂ 22 ਦਸੰਬਰ ਦੀ ਗੱਲ ਕਰਦੇ ਹਾਂ ਅਤੇ ਇੱਥੇ ਨਾਰਥ ਪੋਲ ਦੇ ਵਿੱਚ ਕੀ ਹੁੰਦਾ ਹੈਗਾ ਵਿੰਟਰਸ ਹੁੰਦੀਆਂ ਹੈਗੀਆਂ ਨੇ, ਔਰ ਸਾਊਥ ਪੋਲ ਦੇ ਉੱਪਰ ਸਮਰਸ ਹੁੰਦੀਆਂ ਹੈਗੀਆਂ ਨੇ। ਸੋ ਇਹ ਤਰੀਕੇ ਦੇ ਨਾਲ ਕੀ ਹੈਗਾ ਇੱਕ ਸਾਈਕਲ ਜਿਹੜਾ ਉਹ ਚੇਂਜ ਹੁੰਦਾ ਸੀਜ਼ਨ ਦਾ, ਅਲੱਗ-ਅਲੱਗ ਡਾਇਰੈਕਸ਼ਨ ਦੇ ਵਿੱਚ ਸੂਰਜ ਦੇ ਦੁਆਲੇ ਜਦੋਂ ਧਰਤੀ ਘੁੰਮਦੀ ਆ ਤਾਂ ਉਸ ਦੇ ਨਾਲ ਇਹ ਸਾਰਾ ਕੁਛ ਰੁੱਤਾਂ ਜਿਹੜੀਆਂ ਉਹ ਤਬਦੀਲੀ ਦੇ ਵਿੱਚ ਆਉਂਦੀਆਂ ਹੈਗੀਆਂ ਨੇ। ਦ ਪੋਜੀਸ਼ਨ ਆਫ 21 ਜੂਨ ਯਾਨੀ ਕਿ 21 ਜੂਨ ਦੀ ਜਿਹੜੀ ਸਥਿਤੀ ਹੁੰਦੀ ਹੈ ਉਸ ਬਾਰੇ ਹੈਗਾ ਗਾ। ਫਸਟ ਹੈ the north pole is inclined toward the sun and the south pole is away from it. It is continuous darkness on south pole. ਸੋ ਉੱਤਰੀ ਧਰੁਵ ਜਿਹੜਾ ਉਹ ਸੂਰਜ ਦੇ ਵੱਲ ਝੁਕਿਆ ਹੋਇਆ ਹੁੰਦਾ ਹੈਗਾ ਅਤੇ ਦੱਖਣੀ ਧਰੁਵ ਜਿਹੜਾ ਉਹ ਸੂਰਜ ਤੋਂ ਪਰਾਂ ਹੁੰਦਾ ਹੈਗਾ ਇਸ ਸਮੇਂ ਦੇ ਵਿੱਚ। ਨਾਰਥ ਪੋਲ ਜਿਹੜਾ ਉਹ ਸੂਰਜ ਦੇ ਵੱਲ ਝੁਕਿਆ ਹੁੰਦਾ ਹੈਗਾ ਐਂਡ ਸਾਊਥ ਪੋਲ ਜਿਹੜਾ ਉਹ ਕੀ ਹੈ ਦੂਰ ਹੁੰਦਾ ਹੈਗਾ ਸੂਰਜ ਤੋਂ। ਇਸ ਲਈ ਉੱਤਰੀ ਧਰੁਵ ਦੇ ਉੱਪਰ ਜਿਹੜਾ ਲਗਾਤਾਰ ਦਿਨ ਅਤੇ ਦੱਖਣੀ ਧਰੁਵ ਦੇ ਵਿੱਚ ਕੀ ਹੈ ਹਨੇਰਾ ਜਿਹੜਾ ਉਹ ਛਾਇਆ ਰਹਿੰਦਾ ਹੈਗਾ। ਨੈਕਸਟ ਆਉਂਦਾ ਦ ਰੇਜ਼ ਆਫ ਸਨ ਫਾਲਸ ਵਰਟੀਕਲੀ ਐਟ ਦ ਟ੍ਰੋਪਿਕ ਆਫ ਕੈਂਸਰ 23 ਡਿਗਰੀ ਨਾਰਥ। ਸੂਰਜ ਦੀਆਂ ਜਿਹੜੀਆਂ ਕਿਰਨਾਂ ਨੇ ਉਹ ਕਰਕ ਰੇਖਾ ਅਤੇ ਊਸ਼ਨਕੰਡੀ ਜਿਹੜੇ ਖੇਤਰ ਨੇ ਉਹਨਾਂ ਦੇ ਵਿੱਚ ਸਿੱਧੇ ਰੂਪ ਦੇ ਵਿੱਚ ਵਰਟੀਕਲ ਰੂਪ ਦੇ ਵਿੱਚ ਪੈਂਦੀਆਂ ਹੈਗੀਆਂ ਨੇ ਵਰਟੀਕਲ ਦੇ। ਔਰ 21 ਜੂਨ ਨੂੰ ਜਿਹੜਾ ਸੂਰਜ ਦੀਆਂ ਕਿਰਨਾਂ ਭਾਰਤ ਦੇ ਵਿੱਚ ਸਿੱਧੀਆਂ ਪੈਂਦੀਆਂ ਨੇ ਕਿਉਂਕਿ ਜਿਹੜੀ ਟ੍ਰੋਪਿਕ ਆਫ ਕੈਂਸਰ ਹੈਗੀ ਆ ਉਹ ਇੰਡੀਆ ਦੇ ਵਿੱਚੋਂ ਦੀ ਗੁਜ਼ਰਦੀ ਹੈ। ਨੈਕਸਟ ਟਾਈਮ ਮੇਜਰ ਪਾਰਟਸ ਆਫ ਦ ਨਦਰਨ ਹੈਮੀਸਫੀਅਰ ਆਰ ਕਵਰਡ ਬਾਈ ਦ direct sun rays as a result of which days are long and hot and it is summer in northern hemisphere. This position is only on 21st June when the sun shine vertical on the tropic of Cancer is called summer salutations. ਸੋ ਉੱਤਰੀ ਗੋਲਾਰਧ ਦੇ ਬਹੁਤੇ ਭਾਗ ਜਿਹੜੇ ਸੂਰਜ ਦੀਆਂ ਕਿਰਨਾਂ ਤੇ ਉਹ ਸਿੱਧੀਆਂ ਪੈਂਦੀਆਂ ਨੇ ਯਾਨੀ ਕਿ ਸਿੱਧਾ ਪੈਂਦਾ ਹੈ ਉੱਤਰੀ ਗੋਲਾਰਧ ਦੇ ਵਿੱਚ ਸੂਰਜ ਦੀਆਂ ਕਿਰਨਾਂ ਜਿਹੜੀਆਂ ਹੈਗੀਆਂ ਨੇ, ਜਿਸ ਦੇ ਨਤੀਜੇ ਵਜੋਂ ਉੱਥੇ ਦਿਨ ਵੱਡੇ ਹੁੰਦੇ ਹੈਗੇ ਅਤੇ ਰਾਤ ਜਿਹੜੀਆਂ ਉਹ ਛੋਟੇ ਹੋ ਜਾਂਦੇ ਹੈਗੇ ਨੇਗੇ, ਰਾਤਾਂ ਜਿਹੜੀਆਂ ਛੋਟੀਆਂ ਹੋ ਜਾਂਦੀਆਂ ਨੇ। ਇਸੇ ਤਰ੍ਹਾਂ ਜਿਹੜਾ ਉਸ ਸਮੇਂ ਉੱਤਰੀ ਗੋਲਾਰਧ ਦੇ ਵਿੱਚ ਗਰਮੀ ਦਾ ਜਿਹੜਾ ਮੌਸਮ ਹੁੰਦਾ ਹੈ ਨਦਰਨ ਹੈਮੀਸਫੀਅਰ ਦੇ ਵਿੱਚ 21 ਜੂਨ ਨੂੰ। ਅਜਿਹਾ 21 ਜੂਨ ਨੂੰ ਹੁੰਦਾ ਹੈ ਜਦੋਂ ਸੂਰਜ ਦੀਆਂ ਜਿਹੜੀਆਂ ਕਿਰਨਾਂ ਨੇ ਉਹ ਕਰਕ ਰੇਖਾ 'ਤੇ ਸਿੱਧੀਆਂ ਪੈਂਦੀਆਂ ਨੇ ਅਤੇ ਸਿੱਧਾ ਸੂਰਜ ਉਸ 'ਤੇ ਚਮਕਦਾ ਹੈ, ਜਿਸ ਨੂੰ ਕਰਕ ਸੰਕ੍ਰਾਂਤੀ ਜਾਂ ਸਮਰ ਸੋਲਾਈਸ਼ਨਸ ਵੀ ਕਿਹਾ ਜਾਂਦਾ ਹੈ। ਇਸ ਦਿਨ ਕਰਕ ਰੇਖਾ ਦੇ ਇਲਾਕੇ ਵਿੱਚ ਦਿਨ ਦੀ ਲੰਬਾਈ ਜਿਹੜੀ ਉਹ ਸਭ ਤੋਂ ਵੱਧ ਅਤੇ ਰਾਤ ਦੀ ਜਿਹੜੀ ਲੰਬਾਈ ਉਹ ਸਭ ਤੋਂ ਛੋਟੀ ਹੁੰਦੀ ਹੈਗੀ ਹੈ। ਨੈਕਸਟ ਆਉਂਦਾ 22 ਦ ਪੋਜੀਸ਼ਨ ਆਫ 22 ਦਸੰਬਰ ਯਾਨੀ ਕਿ 22 ਦਸੰਬਰ ਦੀ ਜਿਹੜੀ ਸਥਿਤੀ ਹੈ ਉਸ ਦੇ ਵਿੱਚ the south pole is inclined toward the sun and the north pole is away from it is continuous darkness on north pole. ਸੋ 22 ਦਸੰਬਰ ਦੀ ਜਿਹੜੀ ਦਿਸ਼ਾ ਹੈਗੀ ਉਹ 21 ਜੂਨ ਦੇ ਉਲਟ ਹੋ ਜਾਂਦੀ ਹੈਗੀ ਹੈ। ਇਸ ਸਥਿਤੀ ਦੇ ਵਿੱਚ ਜਿਹੜਾ ਦੱਖਣੀ ਧਰੁਵ ਜਿਹੜਾ ਉਹ ਸੂਰਜ ਦੇ ਵੱਲ ਝੁਕ ਜਾਂਦਾ ਹੈਗਾ ਗਾ ਅਤੇ ਉੱਤਰੀ ਧਰੁਵ ਜਿਹੜਾ ਉਹ ਸੂਰਜ ਤੋਂ ਉੱਪਰ ਹੀ ਚਲਾ ਜਾਂਦਾ ਹੈ, ਜਿਸ ਕਰਕੇ ਕੀ ਹੈ ਨਾਰਥ ਪੋਲ ਦੇ ਵਿੱਚ ਹਨੇਰਾ ਹੋ ਜਾਂਦਾ ਹੈ ਅਤੇ ਸਾਊਥ ਪੋਲ ਦੇ ਵਿੱਚ ਕੀ ਹੈ ਦਿਨ ਚੜ੍ਹ ਜਾਂਦਾ ਹੈ। Next and the rays of sun falls vertically on the tropic of Capricorn 23 degrees south, as a result of which the days are long and hot. There is summer in southern hemisphere. Thus 25th December every year within Christmas is being celebrated. It is winter in the northern hemisphere as in England, USA, India, etc. But it is summer in southern hemisphere as in Australia, South America, etc. Remember when the sun shines vertical of tropic of Capricorn is called the winter salutations. ਸੋ ਸੂਰਜ ਦੀਆਂ ਕਿਰਨਾਂ ਕੀ ਹੈਗੀਆਂ 22 ਦਸੰਬਰ ਨੂੰ ਮਕਰ ਰੇਖਾ ਦੇ ਉੱਪਰ ਸਿੱਧੀਆਂ ਪੈਂਦੀਆਂ ਨੇ ਟ੍ਰੋਪਿਕ ਆਫ ਕੈਪਰੀਕੋਰਨ ਦੇ ਵਿੱਚ, ਯਾਨੀ ਕਿ 23.5 ਡਿਗਰੀ ਸਾਊਥ ਦੇ ਵੱਲ ਪੈ ਜਾਂਦੀਆਂ ਨੇ 21 ਜੂਨ ਨੂੰ
ਟ੍ਰੋਪਿਕ ਆਫ ਕੈਂਸਰ ਦੇ ਵਿੱਚ, ਔਰ 22 ਦਸੰਬਰ ਨੂੰ ਟ੍ਰੋਪਿਕ ਆਫ ਕੈਪਰੀਕੋਨ ਦੇ ਵਿੱਚ ਪੈਂਦੀਆਂ ਹੈਗੀਆਂ ਨੇ। ਜਿਸ ਕਰਕੇ ਕੀ ਆ ਇੱਥੇ ਦਿਨ ਲੰਬੇ ਅਤੇ ਰਾਤਾਂ ਜਿਹੜੀਆਂ ਛੋਟੀਆਂ ਹੋ ਜਾਂਦੀਆਂ ਨੇ। ਦੱਖਣੀ ਅਰਧ ਗੋਲੇ ਦੇ ਵਿੱਚ ਕੀ ਆ ਗਰਮੀ ਦੀ ਰੁੱਤ ਪੈਣੀ ਸ਼ੁਰੂ ਹੋ ਜਾਂਦੀ ਹੈਗੀ। ਜਦੋਂ ਕਿ ਅਸੀਂ 25 ਦਸੰਬਰ ਨੂੰ ਕ੍ਰਿਸਮਸ ਮਨਾ ਰਹੇ ਹੁੰਦੇ ਹੈਗੇ। ਠੀਕ ਆ, ਉੱਤਰੀ ਗੋਲੇ ਅਰਧ ਦੇ ਵਿੱਚ ਸ਼ੀਤ ਰੁੱਤ ਦੇ ਵਿੱਚ, ਜਿਵੇਂ ਇੰਗਲੈਂਡ ਹੋ ਗਿਆ, USA ਹੋ ਗਿਆ, ਇੰਡੀਆ ਹੋ ਗਿਆ, ਇਸ ਸਥਾਨ ਦੇ ਵਿੱਚ ਅਸੀਂ 25 ਦਸੰਬਰ ਨੂੰ ਕ੍ਰਿਸਮਸ ਸੈਲੀਬ੍ਰੇਟ ਕਰ ਰਹੇ ਹਾਂ। ਬਟ ਉਸੇ ਤਰੀਕੇ ਨਾਲ ਦੂਸਰੀ ਸਥਾਨ ਦੇ ਵਿੱਚ ਸਦਰਨ ਹੈਮੀਸਫੇਅਰ ਦੇ ਵਿੱਚ ਅਸੀਂ ਆਸਟ੍ਰੇਲੀਆ, ਸਾਊਥ ਅਮਰੀਕਾ ਦੇ ਵਿੱਚ ਪੂਰੀ ਗਰਮੀ ਦੇ ਦਿਨਾਂ ਦੇ ਨਾਲ ਕੀ ਹੈਗੇ ਉੱਥੇ ਦੇਖ ਸਕਦੇ ਹਾਂ ਇਹਨਾਂ ਏਰੀਆ ਦੇ ਵਿੱਚ। ਸੋ ਜਦੋਂ ਸੂਰਜ ਦੀਆਂ ਕਿਰਨਾਂ ਜਿਹੜੀਆਂ ਟ੍ਰੋਪਿਕ ਆਫ ਕੈਪਰੀਕੋਨ ਦੇ ਵਿੱਚ ਸਿੱਧੀਆਂ ਪੈਂਦੀਆਂ ਤਾਂ ਇਸ ਪ੍ਰਕਿਰਿਆ ਨੂੰ ਵਿੰਟਰ ਸੋਲਿਸਟਿਸ ਕਿਹਾ ਜਾਂਦਾ ਹੈਗਾ, ਯਾਨੀ ਕਿ ਮਕਰ ਸੰਕ੍ਰਾਂਤੀ ਕਿਹਾ ਜਾਂਦਾ ਹੈ ਇਸਨੂੰ। ਨੈਕਸਟ ਹੈ ਦ ਪੋਜੀਸ਼ਨ ਆਫ 21 ਆਫ ਮਾਰਚ ਐਂਡ 23 ਆਫ ਸੈਪਟੰਬਰ। ਸੋ 21 ਮਾਰਚ ਅਤੇ 23 ਸਤੰਬਰ ਦੀ ਜਿਹੜੀ ਸਥਿਤੀ ਹੈ ਉਸ ਬਾਰੇ। ਫਸਟ ਹੈ ਬੋਥ ਨਾਰਥ ਪੋਲ ਐਂਡ ਸਾਊਥ ਪੋਲ ਆਰ ਨੈਦਰ ਇਨਕਲਾਈਨਡ ਟੂਵਰਡ ਦਾ ਸਨ ਨੋਰ ਆਰ ਦੇ ਅਵੇ ਫਰੋਮ ਇਟ। ਸੋ ਇਹਨਾਂ ਦਿਨਾਂ ਦੇ ਵਿੱਚ ਨਾ ਤਾਂ ਉੱਤਰ ਧਰੁਵ ਵੱਲ ਝੁਕਿਆ ਹੁੰਦਾ ਅਤੇ ਨਾ ਹੀ ਦੱਖਣੀ ਧਰੁਵ ਝੁਕਿਆ ਹੁੰਦਾ ਹੈਗਾ। ਠੀਕ ਹੈ, ਭਾਵ ਸੂਰਜ ਕਾਫੀ ਹੱਦ ਧਰਤੀ ਦੇ ਜਿਹੜੇ ਮੱਧ ਦੇ ਵਿੱਚ ਚਮਕਦਾ ਹੈਗਾ। ਨਾ ਹੀ ਇੱਥੇ ਸੂਰਜ ਨਾਰਥ ਵੱਲ ਹੁੰਦਾ ਅਤੇ ਨਾ ਹੀ ਸਾਊਥ ਵੱਲ ਹੁੰਦਾ। ਇਹ ਸਿੱਧਾ ਕੀ ਹੁੰਦਾ ਹੈਗਾ ਸੈਂਟਰ ਦੇ ਵਿੱਚ, ਮੱਧ ਦੇ ਵਿੱਚ ਸੂਰਜ ਹੁੰਦਾ ਹੈਗਾ। ਨੈਕਸਟ ਹੈ the rays of the sun falls vertical on the equator. As a result, day and nights are equal duration throughout the world on these 2 days, 21st March and 23rd September. On 21st March it is spring in the northern hemisphere, it is called spring equinox. On 23rd September is autumn in the northern hemisphere, it is called autumn equinox. In southern hemisphere the seasons are opposite to northern hemisphere. On the equator the sun always shines vertical overhead, therefore there is one season on equator, it is long and hot summers. ਸੋ ਇਹਨਾਂ ਦੋਹਾਂ ਦਿਨਾਂ ਦੇ ਵਿੱਚ ਜਿਹੜੀਆਂ ਸੂਰਜ ਦੀਆਂ ਕਿਰਨਾਂ ਨੇ ਉਹ ਭੂ-ਮੱਧ ਰੇਖਾ ਦੇ ਵਿੱਚ ਵਰਟੀਕਲ ਰੂਪ ਦੇ ਵਿੱਚ ਪੈਂਦੀਆਂ ਹੈਗੀਆਂ ਨੇ, ਸਿੱਧੀਆਂ ਪੈਂਦੀਆਂ ਹਨ, ਜਿਸ ਦੇ ਰਿਜ਼ਲਟ ਵਜੋਂ ਕੀ ਹੈ ਸਾਰੇ ਸੰਸਾਰ ਦੇ ਵਿੱਚ ਜਿਹੜੇ ਦਿਨ ਅਤੇ ਰਾਤ ਜਿਹੜੇ ਉਹ ਇਕੁਅਲ ਹੋ ਜਾਂਦੇ ਨੇ, ਬਰਾਬਰ ਹੋ ਜਾਂਦੇ ਹੈਗੇ ਨੇਗੇ। 21 ਮਾਰਚ ਨੂੰ ਜਿਹੜਾ ਉੱਤਰੀ ਗੋਲੇ ਅਰਧ ਦੇ ਵਿੱਚ ਬਸੰਤੀ ਰੁੱਤ ਹੁੰਦੀ ਹੈਗੀ ਔਰ ਇਸ ਲਈ ਇਸ ਦਿਨ ਨੂੰ ਜਿਹੜਾ ਸਪਰਿੰਗ ਇਕਨਿਸ਼ ਜਾਂ ਸਮਰਾਤਰੀ ਕਹਿੰਦੇ ਨੇ। ਅਤੇ 23 ਸਤੰਬਰ ਨੂੰ ਕੀ ਹੈਗਾ ਉੱਤਰੀ ਗੋਲੇ ਅਰਧ ਦੇ ਵਿੱਚ ਪਤਝੜ ਦੀ ਰੁੱਤ ਹੁੰਦੀ ਹੈ, ਇਸ ਕਰਕੇ ਇਸ ਨੂੰ ਪਤਝੜ ਦਾ ਜਾਂ ਸਮਰਾਤਰੀ ਆਖਦੇ ਹੈਗੇ ਨੇਗੇ। ਦੱਖਣੀ ਅਰਧ ਗੋਲੇ ਦੇ ਵਿੱਚ ਉੱਤਰੀ ਗੋਲੇ ਅਰਧ ਨਾਲੋਂ ਮੌਸਮ ਜਿਹੜੀ ਉਸਦੀ ਉਲਟ ਦਿਸ਼ਾ ਦੇ ਵਿੱਚ ਹੋ ਜਾਂਦਾ ਹੈ, ਜਿਵੇਂ ਇਸ ਤਰੀਕੇ ਨਾਲ ਪ੍ਰਕਿਰਿਆ ਹੈ। ਭੂ-ਮੱਧ ਰੇਖਾ ਅਤੇ ਸੂਰਜ ਦੀਆਂ ਕਿਰਨਾਂ ਹਮੇਸ਼ਾ ਸਿੱਧੀਆਂ ਪੈਂਦੀਆਂ ਹੈਗੀਆਂ ਨੇ ਅਤੇ ਜਿਸ ਕਰਕੇ ਇੱਥੋਂ ਇੱਕੋ ਹੀ ਮੌਸਮ ਹੁੰਦਾ ਅਤੇ ਇਸ ਨੂੰ ਲੰਬੀ ਗਰਮੀ ਰੁੱਤ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈਗਾ। ਸੋ ਅੱਜ ਦੇ ਇਸ ਚੈਪਟਰ ਦੇ ਵਿੱਚ ਅਸੀਂ ਅਰਥ ਦੇ ਜਿਹੜੇ ਇਮੋਸ਼ਨਸ ਨੇ, ਰੋਟੇਸ਼ਨ ਨੇ ਹੈਗੀਆਂ ਉਸ ਬਾਰੇ ਡਿਸਕਸ ਕੀਤਾ ਹੈ। ਸੋ ਆਸ ਕਰਦਾ ਸਭ ਲਈ ਹੈਲਪਫੁਲ ਹੋਵੇਗਾ, ਸਭ ਨੂੰ ਕੁਛ ਨਾ ਕੁਛ ਨਵਾਂ ਦੇਖਣ ਨੂੰ ਮਿਲਿਆ ਹੋਵੇਗਾ। ਜੇਕਰ ਵੀਡੀਓ ਅੱਛੀ ਲੱਗੀ ਤਾਂ ਲਾਈਕ ਜ਼ਰੂਰ ਕਰ ਦਿਓ ਅਤੇ ਨਾਲ ਹੀ ਸ਼ੇਅਰ ਵੀ ਕਰ ਦਿਓ। ਥੈਂਕ ਯੂ ਵੈਰੀ ਮੱਚ।